ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ। मैं लखविंदर कौशिक। मैं इस वक्त खड़ा है जी 999 सेंट एन्स ਦੇ ਉੱਤੇ ਜਿਹੜਾ ਹਿੰਦੂ ਸਭਾ ਸੁਸਾਇਟੀ ਆਫ ਮੈਨੀਟੋਬਾ ਤੇ ਜਿਹੜਾ ਮੰਦਰ ਹੈਗਾ। ਅੱਜ ਇੱਥੇ ਕੌਂਸਲਰ ਜਨਰਲ ਆਫ ਇੰਡੀਆ ਵੱਲੋਂ ਪੈਨਸ਼ਨਰਸ ਲਈ ਕੈਂਪ ਲਗਾਇਆ ਗਿਆ, ਜਿਨ੍ਹਾਂ ਦੇ ਲਾਈਫ ਸਰਟੀਫਿਕੇਟ ਉਹਨਾਂ ਨੇ ਜਿਨ੍ਹਾਂ ਨੇ ਵੀ ਟੈਸਟ ਕਰਵਾਉਣੇ ਨੇ, ਜਿਹੜੇ ਗੌਰਮੈਂਟ ਆਫ ਇੰਡੀਆ ਦੇ ਵਿੱਚ ਸਰਵਿਸ ਕਰਦੇ ਸੀ ਕਿਸੇ ਟਾਈਮ, ਅੱਜ ਆਪਣੇ ਇਸ ਸ਼ਹਿਰ ਦੇ ਵਿੱਚ ਆਪਣੇ ਬੱਚਿਆਂ ਕੋਲੇ ਆ ਕੇ ਰਹਿ ਰਹੇ ਨੇ ਜਾਂ ਮਿਲਣ ਆਏ ਨੇ ਜਾਂ ਬਸ ਚੁੱਕੇ ਨੇ, ਜਿਨ੍ਹਾਂ ਨੂੰ ਉੱਥੇ ਇੰਡੀਆ ਦੇ ਵਿੱਚ ਪੈਨਸ਼ਨ ਜਿਹੜੀ ਮਿਲਦੀ ਆ ਉਹਨਾਂ ਦੇ। ਕਿਉਂਕਿ ਗੌਰਮੈਂਟ ਆਫ ਇੰਡੀਆ ਦੇ ਵਿੱਚ ਜਿਹੜੇ ਵੀ ਬੰਦੇ ਸਰਵਿਸ ਕਰਦੇ ਨੇ, ਪੈਨਸ਼ਨ ਲੈਂਦੇ ਨੇ, ਅਤੇ ਪੈਨਸ਼ਨ ਲੈਣ ਲਈ ਉਹਨਾਂ ਨੂੰ ਆਪਣਾ ਲਾਈਫ ਸਰਟੀਫਿਕੇਟ ਜਿੰਦਾ ਹੋਣ ਦਾ ਸਬੂਤ ਆ ਜਿਹੜਾ ਉਹ ਦੇਣਾ ਪੈਂਦਾ ਹਰ ਇੱਕ ਸਾਲ। ਇੱਥੇ ਗੌਰਮੈਂਟ ਆਫ ਇੰਡੀਆ ਦੇ ਕੌਂਸਲਰ ਜਨਰਲ ਟੋਰਾਂਟੋ ਵੱਲੋਂ ਇੱਥੇ ਕੈਂਪ ਆ ਜਿਹੜਾ ਉਹ ਲਗਾਇਆ ਜਾ ਰਿਹਾ ਅੰਦਰ। ਅਤੇ ਅਸੀਂ ਵੱਖ-ਵੱਖ ਜਿਹੜੇ ਲੋਕ ਇੱਥੇ ਪੈਨਸ਼ਨਰ ਆਏ ਹੋਏ ਨੇ ਜਿਨ੍ਹਾਂ ਨੇ ਲਾਈਫ ਸਰਟੀਫਿਕੇਟ ਲੈਣਾ ਹੈਗਾ, ਉਹ ਆਏ ਨੇ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹਿੰਦੂ ਸੁਸਾਇਟੀ ਆਫ ਮੈਨੀਟੋਬਾ ਦੇ ਜਿਹੜੇ ਅਹੁਦੇਦਾਰ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ, ਕਿਉਂਕਿ ਇੱਕ ਬਹੁਤ ਵਧੀਆ ਉਦਮ ਹੈਗਾ। ਕਿਉਂਕਿ ਪਹਿਲਾਂ ਹੁੰਦਾ ਸੀ ਲੋਕਾਂ ਨੂੰ ਜਾਂ ਟੋਰਾਂਟੋ ਜਾਣਾ ਪੈਂਦਾ ਸੀ, ਜਾਂ ਉਸ ਤੋਂ 10-15 ਸਾਲ ਪਹਿਲਾਂ ਸੁਣਨ ਦੇ ਵਿੱਚ ਆਇਆ ਹੈਗਾ ਵੀ ਇੰਡੀਆ ਵਾਪਸ ਜਾਣਾ ਪੈਂਦਾ ਸੀ ਹਰ ਇੱਕ ਸਾਲ ਆਪਣੀ ਪੈਨਸ਼ਨ ਦੇ ਲਾਈਫ ਸਰਟੀਫਿਕੇਟ ਵਾਸਤੇ ਦੱਸਣ ਵਾਸਤੇ ਵੀ ਅਸੀਂ ਜਿਉਂਦੇ ਹਾਂ। ਸੋ ਆਓ ਅਸੀਂ ਅੰਦਰ ਜਾ ਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾ ਕਾਊਂਟਰ ਹੈਗਾ ਇਹ, ਇੱਥੇ ਕਿਸੇ ਵੱਲੋਂ ਵੀ ਜਿਹੜੀ ਫੋਟੋ ਸਟੇਟ ਆ ਉਹ ਮੰਦਰ ਕਮੇਟੀ ਵੱਲੋਂ ਇਹ ਫ੍ਰੀ ਸਰਵਿਸ ਆ ਜਿਹੜੀ ਹੈਗੀ ਆ। ਕੋਈ ਵੀ ਆਪਣਾ ਪਾਸਪੋਰਟ ਜਾਂ ਹੋਰ ਕੋਈ ਡਾਕੂਮੈਂਟ ਨੇ ਜਿਹੜੇ ਉਹ ਫੋਟੋ ਸਟੇਟ ਕਰਵਾ ਕੇ ਇੱਥੋਂ ਤਿਆਰ ਕਰਕੇ ਦਿੱਤੇ ਜਾਂਦੇ ਨੇ, ਅਤੇ ਫਾਰਮ ਦਿੱਤੇ ਜਾਂਦੇ ਨੇ। ਉਸ ਤੋਂ ਬਾਅਦ ਨੈਕਸਟ ਜਿਹੜੇ ਕਾਊਂਟਰ ਕੁਛ ਹੈਗੇ ਨੇ, ਉੱਥੇ ਫਾਰਮ ਨੇ ਜਿਹੜੇ ਉਹ ਭਰੇ ਜਾਂਦੇ ਨੇ। ਵਲੰਟੀਅਰਸ ਹੈਗੇ ਨੇ ਇੱਥੇ ਜੋ ਸੇਵਾ ਆਪਣੀ ਨਿਭਾ ਰਹੇ ਨੇ। ਇਸ ਤੋਂ ਬਾਅਦ ਕੌਂਸਲਰ ਜਨਰਲ ਆਫ ਇੰਡੀਆ ਦੇ ਜਿਹੜੇ ਨੁਮਾਇੰਦੇ ਨੇ ਉਹ ਅੰਦਰ ਦੂਸਰੇ ਹਾਲ ਦੇ ਵਿੱਚ ਬੈਠੇ ਨੇ। ਉੱਥੇ ਆਪਣੇ ਫਾਰਮ ਨੇ ਜਿਹੜੇ ਭਰ ਕੇ ਆਪਾਂ ਲਿਜਾ ਕੇ ਲਾਈਨ ਦੇ ਵਿੱਚ ਲਾ ਕੇ ਆਪਣਾ ਉਹਨਾਂ ਤੋਂ ਲਾਈਫ ਸਰਟੀਫਿਕੇਟ ਆ ਜਿਹੜਾ ਉਹ ਆਪਣਾ ਟੈਸਟ ਕਰਵਾ ਸਕਦੇ ਹਾਂ। ਸਾਡੇ ਨਾਲ ਇੱਧਰ ਬਰਾੜ ਜੀ ਖੜੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਕਹੋਗੇ? ਬਹੁਤ ਵਧੀਆ ਹੋ ਰਿਹਾ ਜੋ ਦੇਸ਼ ਕਰ ਰਿਹਾ ਜੀ। ਜੋ ਸਾਡੇ ਲਾਈਫ ਸਰਟੀਫਿਕੇਟ ਹੈ, ਜੋ ਸਾਡੀਆਂ ਪੈਨਸ਼ਨਾਂ ਨਾ ਰੁਕਣ ਜੀ, ਵੀ ਚੱਲਦੀ ਰਹੇ ਜੀ। ਬਹੁਤ ਵਧੀਆ ਸਹੂਲਤ ਹੈ। ਹਾਂ, ਬਹੁਤ ਵਧੀਆ ਸਹੂਲਤ। ਬਿਲਕੁਲ ਜੀ, ਹਰ ਇੱਕ ਬੰਦੇ ਨੂੰ ਵਧੀਆ ਸਹੂਲਤ ਲੱਗਦੀ ਹੈ, ਕਿਉਂਕਿ ਵਿਦੇਸ਼ਾਂ ਦੇ ਵਿੱਚ ਬੈਠੇ 14-15 ਹਜ਼ਾਰ ਕਿਲੋਮੀਟਰ ਦੇ ਉੱਤੇ ਬੈਠਿਆਂ ਨੂੰ ਆਪਾਂ ਨੂੰ ਇੱਕ ਤਰ੍ਹਾਂ ਨਾਲ ਵਧੀਆ ਸਹੂਲਤ ਮਿਲਦੀ ਆ। ਪਹਿਲਾਂ ਹੁੰਦਾ ਸੀ ਕਿਸੇ ਟਾਈਮ ਵੀ ਇਹ ਸਹੂਲਤਾਂ ਤੁਹਾਨੂੰ ਮਤਲਬ ਜਦ ਵਾਪਸ ਜਾਣਾ ਪੈਂਦਾ ਸੀ ਜਾਂ ਇੱਥੋਂ ਟੋਰਾਂਟੋ ਜਾਣਾ ਪੈਂਦਾ ਸੀਗਾ, ਇੱਦਾਂ ਹੀ ਜੀ? ਹਾਂ, ਪਹਿਲਾਂ ਟੋਰਾਂਟੋ ਜਾਣਾ ਪੈਂਦਾ ਸੀ ਜੀ। ਟੋਰਾਂਟੋ ਜਾਣ ਤੇ ਆਉਣ ਜਾਣ ਦਾ ਖਰਚਾ ਵੀ ਬਹੁਤ ਹੁੰਦਾ ਸੀ, ਅਤੇ 2-3 ਦਿਨ ਵੀ ਮਰਦੇ ਸੀ ਜੀ। ਇਸ ਕਰਕੇ ਹੁਣ ਜਿਹੜਾ ਵੀ ਇਹਨਾਂ ਨੇ ਹਰ ਸ਼ਹਿਰ ਦੇ ਵਿੱਚ ਕੀਤਾ ਜੀ, ਅਤੇ ਬਹੁਤ ਵਧੀਆ ਸਹੂਲਤ ਹੈ, ਬਹੁਤ ਖੁਸ਼ ਹਾਂ। ਠੀਕ ਹੈ, ਥੈਂਕ ਯੂ। ਲਾਈਫ ਸਰਟੀਫਿਕੇਟ ਦੇਣ ਦਾ ਜਿਹੜਾ ਕੈਂਪ ਆ ਉਹ ਲਗਾਇਆ ਗਿਆ ਹੈਗਾ ਵਿਨੀਪੈਗ ਦੇ ਵਿੱਚ। ਸਾਡੇ ਨਾਲ ਬਲਵਿੰਦਰ ਸਿੰਘ ਸਿੱਧੂ ਜੀ ਖੜੇ ਹੈ ਜੀ, ਕੀ ਕਹਿਣਾ ਚਾਹੋਗੇ ਸਰ? ਜੀ ਸਤਿ ਸ਼੍ਰੀ ਅਕਾਲ, ਧੰਨਵਾਦ ਤੁਹਾਡਾ ਜੀ। ਬਹੁਤ ਵਧੀਆ ਇੱਥੇ ਅਰੇਂਜਮੈਂਟ ਹੈ, ਅਸੀਂ ਆਏ ਹਾਂ, ਹਰ ਸਾਲ ਆਉਂਦੇ ਹਾਂ ਜੀ। ਕੌਂਸਲਰ ਜਨਰਲ ਦਾ ਬਹੁਤ ਵੱਡਾ ਉਪਰਾਲਾ ਹੈ ਜੀ, ਬਹੁਤ ਹੈਲਪਫੁਲ ਹੈ ਸਾਡੇ ਵਾਸਤੇ, ਕਿਉਂਕਿ ਹਰ ਸਾਲ ਲਾਈਫ ਸਰਟੀਫਿਕੇਟ ਭੇਜਣਾ ਪੈਂਦਾ ਸਾਨੂੰ ਜੀ। ਔਰ ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਏ, ਔਰ ਬੜਾ ਵਧੀਆ ਕੁਇੱਕ ਹੋ ਰਿਹਾ ਕੰਮ ਜੀ, ਬੜੀ ਜਲਦੀ ਹੋ ਰਿਹਾ। ਔਰ ਬਾਕੀ ਮੰਦਰ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ, ਉਹਨਾਂ ਦੇ ਵੀ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ, ਅਤੇ ਚਾਹ ਪਾਣੀ ਦਾ ਅਰੇਂਜਮੈਂਟ ਵੀ ਹੈ ਜੀ। ਔਰ ਮੈਨੂੰ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਲੱਗ ਰਹੀ, ਬਸ ਲਾਈਨ ਦੇ ਵਿੱਚ ਲੱਗੋ ਔਰ 5 ਮਿੰਟ 'ਚ ਆਪਣਾ ਕੰਮ ਕਰਵਾਓ, ਵਾਪਸ ਜਾਓ। ਬਿਲਕੁਲ ਜੀ, ਇਹ ਕੈਂਪ ਆ ਜਿਹੜਾ 2 ਦਿਨ ਚੱਲੂਗਾ। ਅੱਜ ਇੱਥੇ ਹਿੰਦੂ ਸਭਾ ਸੁਸਾਇਟੀ ਦੇ ਵਿੱਚ ਆ, ਕੱਲ੍ਹ ਇਹ ਗੁਰਦੁਆਰਾ ਸਾਹਿਬ ਜਿਹੜੇ ਵਿਕਲੇਸ ਦੇ ਉੱਤੇ ਗੁਰਦੁਆਰਾ ਸਾਹਿਬ ਹੈਗੇ ਨੇ, ਉਹ ਉੱਥੇ ਵੀ ਇਹ ਜਿਹੜਾ ਕੈਂਪ ਆ ਸਵੇਰੇ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਜਿਹੜੇ ਕੌਂਸਲਰ ਜਨਰਲ ਆਫ ਇੰਡੀਆ ਵੱਲੋਂ, ਕਿਉਂਕਿ ਸ਼ਹਿਰ ਵੱਡਾ ਹੈਗਾ, ਲੋਕ ਇੱਥੇ ਪਾਪੂਲੇਸ਼ਨ ਜ਼ਿਆਦਾ ਹੈਗੀ ਆ, ਜਿਹੜੇ ਰਿਟਾਇਰਡ ਬੰਦੇ ਨੇ ਉਹ ਇਸ ਕੰਟਰੀ ਦੇ ਵਿੱਚ, ਇਸ ਸਿਟੀ ਦੇ ਵਿੱਚ ਵੀ ਆਏ ਹੋਏ ਨੇ। ਇਹ ਇੱਕ ਬਹੁਤ ਵਧੀਆ ਉਪਰਾਲਾ ਹੈਗਾ ਜਿਹੜਾ ਕੌਂਸਲਰ ਜਨਰਲ ਆਫ ਇੰਡੀਆ ਵੱਲੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਉਹਨਾਂ ਨੇ ਆਪਣਾ ਇੱਕ ਸਕੈਜੂਲ ਜਿਹੜਾ ਉਹ ਆਪਣੀ ਵੈਬਸਾਈਟ ਦੇ ਉੱਤੇ ਪਾਇਆ ਹੋਇਆ ਵੀ ਕਿਸ ਟਾਈਮ ਅਸੀਂ ਕਿਹੜੀ ਜਗ੍ਹਾ ਕਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹ ਕੈਂਪ ਆ ਜਿਹੜੇ ਅਸੀਂ ਲਾਉਂਦੇ ਰਹਾਂਗੇ। ਥੈਂਕ ਯੂ ਜੀ। 2015-16 ਤੋਂ ਪਹਿਲਾਂ ਨਹੀਂ ਆਉਂਦੇ ਸੀ। ਇਹ ਕੌਂਸਲਰ ਜਨਰਲ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਤੇ ਸਾਡੇ ਵਾਸਤੇ ਹੈਲਪ ਕਰਨ ਵਾਸਤੇ 2015-16 ਤੋਂ ਕੀਤਾ ਗਿਆ, ਉਹ ਬੜਾ ਹੀ ਆਰਾਮ ਹੋ ਗਿਆ ਸਾਡੇ ਵਾਸਤੇ। ਨਹੀਂ ਤਾਂ ਪਹਿਲਾਂ ਬੜੀ ਸਾਨੂੰ ਪਹਿਲਾਂ ਮਤਲਬ ਇਹ ਹੋਣਾ ਵੀ ਤੁਹਾਨੂੰ ਇੰਡੀਆ ਜਾਣਾ ਪੈਂਦਾ ਹੋਣਾ, ਇੰਡੀਆ ਜਾਣਾ ਪੈਂਦਾ ਸੀ, ਜਾਂ ਫਿਰ ਕੋਈ ਨਾ ਕੋਈ ਹੋਰ, ਜਾਂ ਸਾਨੂੰ ਟੋਰਾਂਟੋ ਜਾਣਾ ਪੈਂਦਾ ਸੀਗਾ ਜੀ। ਪਰ ਹੁਣ ਜਦੋਂ ਦੇ ਇੱਥੇ ਆਉਣ ਲੱਗੇ ਹਰ ਸਾਲ ਨਵੰਬਰ ਦੇ ਵਿੱਚ, ਕਿਉਂਕਿ ਲਾਈਫ ਸਰਟੀਫਿਕੇਟ ਹਰ ਸਾਲ ਇਹਦੀ ਰਿਕੁਆਇਰਮੈਂਟ ਨਵੰਬਰ ਦੇ ਵਿੱਚ ਹੀ ਹੁੰਦੀ ਹੈ ਜੀ। ਹੁਣ ਅਸੀਂ ਬੜੇ ਆਰਾਮ ਨਾਲ ਇੱਥੋਂ ਕਰਕੇ ਤੇ ਆਪਣਾ ਭੇਜ ਦੇਣਾ, ਕੋਈ ਦਿੱਕਤ ਨਹੀਂ ਸਾਨੂੰ। ਬਹੁਤ ਮਿਹਰਬਾਨੀ। ਇਹ ਜਿਹੜਾ ਤੁਸੀਂ ਇੱਥੋਂ ਡਾਕੂਮੈਂਟ ਤਿਆਰ ਕਰਵਾਏ ਨੇ, ਇਹ ਤੁਸੀਂ ਬਾਈ ਡਾਕ ਭੇਜਦੇ ਹੋ ਜਾਂ ਈਮੇਲ ਕਰਦੇ ਹੋ ਜਾਂ ਕਿੱਦਾਂ ਹੈ? ਇਲੈਕਟ੍ਰੋਨਿਕਲੀ ਵੀ ਭੇਜ ਸਕਦੇ ਹਾਂ, ਈਮੇਲ ਵੀ ਇਹਦਾ ਭੇਜ ਸਕਦੇ ਹੋ। ਉਹ ਕਈਆਂ ਨੂੰ ਜਿਹੜਾ ਕਈ ਬੈਂਕਾਂ ਦੀ ਰਿਕੁਆਇਰਮੈਂਟਸ ਹੁੰਦੀ ਹੈ, ਉਹ ਅਗਰ ਉਹ ਓਰੀਜਨਲ ਮੰਗਣ ਡਾਕੂਮੈਂਟ ਤੇ ਫਿਰ ਉਹਨਾਂ ਨੂੰ ਬਾਈ ਓਰੀਜਨਲ ਲਈ ਦੇਣਾ, ਫਿਰ ਬਾਈ ਮੇਲ ਦੇਣਾ, ਭੇਜਣਾ ਪੈਂਦਾ ਜੀ। ਠੀਕ ਹੈ ਜੀ, ਥੈਂਕ ਯੂ। ਕਿੱਦਾਂ ਲੱਗ ਰਿਹਾ ਜੀ ਤੁਹਾਨੂੰ ਜਿਹੜੀ ਗਵਰਨਮੈਂਟ ਆਫ ਇੰਡੀਆ? अच्छा लग रहा है।
ਵੀ ਆਪਣਾ ਬੜੀ ਫੈਸਿਲਿਟੀ ਮਿਲੀ ਹੈ ਆਪਾਂ ਨੂੰ, ਨਾ ਕਿਤੇ ਇੱਧਰ ਉੱਧਰ ਵੇਖਣਾ ਪਿਆ ਕੁਛ ਹੈ। पहले ऐसे होता था? पहले मैं फर्स्ट टाइम आई यहाँ। फर्स्ट टाइम? हाँ जी, फर्स्ट टाइम आई है। था टेंशन थी भी होएगा कैसे, पर आगे लाइफ पर अभी facility इसको मिली। जैसे आप यहाँ से अंदर से टेस्ट करवा कर भेजोगे, कैसे भेजोगे वहाँ पर? अच्छा भेजना पड़ेगा, हमें तो इस बारे पता नॉलेज नहीं था। नहीं, आपने जैसे बैंक को तो भेजना पड़ेगा ना, आप इसको कोरियर करोगे या ईमेल करोगे, क्या रिक्वायरमेंट क्या है? ईमेल कर दें। ईमेल होगी, ठीक ईमेल ठीक कर दें। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਦਾਂ ਲੱਗ ਰਿਹਾ ਤੁਹਾਨੂੰ, ਮਤਲਬ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਇੱਥੇ ਕੈਂਪ ਲਗਾਇਆ ਜੀ? ਹਾਂਜੀ ਬਹੁਤ ਅੱਛਾ ਲੱਗ ਰਿਹਾ ਜੀ, ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ। ਜੀ ਜੀ ਜੀ। ਪਹਿਲਾਂ ਵੀ ਤੁਸੀਂ ਭੇਜਿਆ ਕਦੇ? ਹਾਂਜੀ ਪਹਿਲਾਂ 2 ਵਾਰੀ ਭੇਜ ਚੁੱਕੇ ਜੀ, ਹੁਣ ਤੀਸਰੀ ਟਾਈਮ ਭੇਜ ਰਹੇ ਹਾਂ। ਪਹਿਲਾਂ ਮਤਲਬ ਇੱਥੇ ਵਿਨੀਪੈਗ ਹੀ ਕਰਵਾਇਆ ਜਾਂ ਤੁਹਾਨੂੰ ਟੋਰਾਂਟੋ ਜਾ ਕੇ? ਵਿਨੀਪੈਗ 'ਚ ਹੀ ਕਰਵਾਇਆ ਸੀ ਜੀ। ਵਿਨੀਪੈਗ। ਹਾਂਜੀ ਪਿਛਲੇ ਸਾਲ ਦਾ ਪੇਪਰ ਹੈ ਮੇਰੇ ਜੀ, ਕੋਲ, ਜੀ। ਉੱਥੇ ਪਿਆ। ਹਾਂਜੀ ਇਹਨੂੰ ਤੁਸੀਂ ਜਿਸ ਤਰ੍ਹਾਂ ਹੁਣ ਇੱਥੋਂ ਇਹ ਟੈਸਟ ਕਰਵਾ ਲਓਗੇ ਤੇ ਉਸ ਤੋਂ ਭੇਜੋਗੇ ਕਿੱਦਾਂ ਜੀ ਫਿਰ ਉੱਥੇ? ਬਾਏ ਮੇਲ ਵੀ ਭੇਜ ਦਿੰਨੀ ਆ, ਫਿਰ ਜਿਹੜਾ ਓਰੀਜਨਲ ਹੁੰਦਾ ਅਸੀਂ ਬਾਅਦ 'ਚ ਪੋਸਟ ਕਰ ਬਾਅਦ 'ਚ ਦਿੰਨੇ post ਆ। ਕਰ ਹਾਂਜੀ ਕਿਉਂਕਿ ਮੇਲ ਉਹਨਾਂ ਨੂੰ ਜਲਦੀ ਮਿਲ ਜੇ, ਸਾਡੀ ਪੈਨਸ਼ਨ ਨਾ ਰੁਕੇ ਇਸ ਲਈ। ਜੀ ਜੀ, ਬਿਲਕੁਲ ਜੀ। ਇਹ ਗਵਰਨਮੈਂਟ ਆਫ ਇੰਡੀਆ ਦਾ ਇੱਕ ਬਹੁਤ ਵਧੀਆ ਉਦਮ ਹੈਗਾ ਵੀ ਜਿਹੜੇ ਇਹਦੇ ਪੈਨਸ਼ਨਰਸ ਨੇ ਬਾਹਰ ਵਿਦੇਸ਼ਾਂ ਦੇ ਵਿੱਚ ਆਪਣੇ ਬੱਚਿਆਂ ਕੋਲ ਬੈਠੇ ਨੇ, ਉਹਨਾਂ ਦੀ ਪੈਨਸ਼ਨ ਨਾ ਰੁਕੇ, ਉਹਨਾਂ ਨੂੰ ਟਾਈਮਲੀ ਜਿਹੜੀ ਪੈਨਸ਼ਨ ਆ ਉਹ ਮਿਲਦੀ ਰਹੇ। ਇਸ ਕਰਕੇ ਇਹ ਗਵਰਨਮੈਂਟ ਆਫ ਇੰਡੀਆ ਨੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਵੈਸੇ ਤਾਂ ਸਾਰੇ ਕੰਟਰੀ ਦੇ ਵਿੱਚ ਹੀ ਹੈ, ਗਵਰਨਮੈਂਟ ਆਫ ਇੰਡੀਆ ਦਾ ਬਹੁਤ ਵਧੀਆ ਉਪਰਾਲਾ ਹੈਗਾ। ਜਿਹੜੇ ਉਹਦੇ ਆਪਣੇ ਗਵਰਨਮੈਂਟ EMPLOYEE ਪੈਨਸ਼ਨਰਸ ਨੇ ਆਪਣੀਆਂ ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਕੰਟੀਨਿਊ ਉਹਨਾਂ ਨੂੰ ਮਿਲਦੀਆਂ ਰਹਿਣ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਆਵੇ। ਜਿਹੜੇ ਪੈਨਸ਼ਨਰ ਜੀ ਬਾਹਰੋਂ ਪੇਪਰ ਵਗੈਰਾ ਆਪਣੇ ਤਿਆਰ ਕਰਕੇ ਆਉਂਦੇ ਨੇ, ਉਹ ਇਸ ਤਰ੍ਹਾਂ ਇੱਥੇ ਇਸ ਜਗ੍ਹਾ ਦੇ ਉੱਤੇ ਜਿਹੜੇ ਗਵਰਨਮੈਂਟ ਆਫ ਇੰਡੀਆ, ਕੌਂਸਲਰ ਜਨਰਲ ਆਫ ਇੰਡੀਆ ਦੇ ਜਿਹੜੇ ਅਧਿਕਾਰੀ ਨੇ, ਉਹ ਇੱਥੇ ਲਾਈਫ ਸਰਟੀਫਿਕੇਟ ਨੇ ਜਿਹੜੇ ਉਹਨਾਂ ਵੱਲੋਂ ਟੈਸਟ ਜਿਹੜੇ ਕੀਤੇ ਜਾਂਦੇ ਨੇ ਪੂਰੀਆਂ ਡਾਕੂਮੈਂਟੇਸ਼ਨ ਦੇਖਣ ਤੋਂ ਬਾਅਦ। ਤੇ ਇੱਥੇ ਵੀ ਬਹੁਤ ਵਧੀਆ ਸੁਵਿਧਾ ਹੈਗੀ ਜਿਹੜੀ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਆਪਣੇ ਰਿਟਾਇਰਡ ਪਰਸਨਸ ਨੇ ਜਿਹੜੇ ਜਿਨ੍ਹਾਂ ਨੇ ਗਵਰਨਮੈਂਟ ਆਫ ਇੰਡੀਆ ਦੀਆਂ ਸਰਵਿਸਿਜ਼ ਨਿਭਾਈਆਂ ਨੇ, ਉਹਨਾਂ ਨੂੰ ਲਾਈਫ ਸਰਟੀਫਿਕੇਟ ਨੇ ਜਿਹੜੇ ਉਹ ਵਿਦੇਸ਼ਾਂ ਦੇ ਵਿੱਚ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਕੋਲ ਆ ਕੇ ਬਸ ਗਏ ਨੇ ਜਾਂ ਇੱਥੇ ਮਿਲਣ ਆਏ ਹੋਏ ਨੇ ਜਾਂ ਇੱਥੇ ਰਹਿਣਾ ਚਾਹੁੰਦੇ ਨੇ ਸਾਲ 2 ਸਾਲ, ਤਾਂ ਉਹਨਾਂ ਲਈ ਇੱਕ ਇਹ ਜਿਹੜੀ ਸੁਵਿਧਾ ਹੈਗੀ ਆ, ਬਹੁਤ ਵਧੀਆ ਇੱਕ ਉਪਰਾਲਾ ਹੈਗਾ ਗਵਰਨਮੈਂਟ ਆਫ ਇੰਡੀਆ ਦਾ, ਜਿਹੜਾ ਕਿ ਬਾਹਰਲੀ ਧਰਤੀ ਦੇ ਵਿੱਚ ਬੈਠਿਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ, ਆਪਣੇ ਸਰਵਿਸਮੈਨ ਨੂੰ ਉਹਨਾਂ ਦਾ ਖਿਆਲ ਰੱਖਦੇ ਹੋਏ ਕੈਂਪ ਨੇ ਜਿਹੜੇ ਇਸ ਤਰ੍ਹਾਂ ਦੇ ਅੱਜ ਵਿਨੀਪੈਗ ਸ਼ਹਿਰ ਦੇ ਵਿੱਚ ਹਿੰਦੂ ਸੁਸਾਇਟੀ ਆਫ ਮੈਨੀਟੋਬਾ ਦੇ ਸੇਂਟ ਐਨਜ਼ ਮੰਦਿਰ ਦੇ ਵਿੱਚ ਲੱਗਾ। ਕੱਲ੍ਹ ਇਹ ਵਿਲਕਿਸ ਰੋਡ ਦੇ ਉੱਤੇ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਉੱਥੇ ਵੀ ਲੱਗੂਗਾ। ਵੱਖ-ਵੱਖ ਲੋਕਾਂ ਨਾਲ ਅਸੀਂ ਇੱਥੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪੁੱਛਦੇ ਹਾਂ ਉਹਨਾਂ ਨੂੰ ਵੀ ਹੋਰ ਵੀ ਕੀ ਉਹ ਸੁਝਾਅ ਨੇ ਜਿਹੜੇ ਉਹ ਦੇਣਾ ਚਾਹੁੰਦੇ ਨੇ। ਇਸ ਕਾਊਂਟਰ ਦੇ ਉੱਤੇ ਜਿਹੜੀ BLS ਸਰਵਿਸਿਜ਼ ਗਵਰਨਮੈਂਟ ਆਫ ਇੰਡੀਆ ਵੱਲੋਂ ਸਟਾਰਟ ਕੀਤੀ ਗਈ ਵਿਦੇਸ਼ਾਂ ਦੇ ਵਿੱਚ ਬੈਠੇ ਭਾਰਤੀ ਨੇ ਜਿਹੜੇ ਜਿਨ੍ਹਾਂ ਨੇ ਆਪਣਾ ਕੋਈ OCI ਕਾਰਡ ਜਾਂ ਵੀਜ਼ਾ ਕਾਰਡ ਜਾਂ ਆਪਣਾ ਪਾਸਪੋਰਟ ਰਿਲੇਟਡ ਕੋਈ ਵੀ ਇਨਕੁਆਇਰੀ ਆ, BLS ਜਿਹੜਾ ਕਿੰਗ ਐਡਵਰਡ ਦੇ ਉੱਤੇ ਆਫਿਸ ਪੰਜਾਬ ਕਲਚਰ ਸੈਂਟਰ ਦੇ ਵਿੱਚ ਸਥਿਤ ਹੈ, ਉੱਥੇ ਜਿਹੜੀਆਂ ਸਰਵਿਸਿਜ਼ ਨੇ ਜਿਹੜੀਆਂ ਉਹ ਗਵਰਨਮੈਂਟ ਆਫ ਇੰਡੀਆ ਵੱਲੋਂ ਆਪਣੇ ਭਾਰਤੀਆਂ ਲਈ ਦਿੱਤੀਆਂ ਜਾਂਦੀਆਂ ਨੇ। ਕਿਸੇ ਨੇ ਕੋਈ ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਕਿਸੇ ਨੇ ਕੋਈ ਵੀਜ਼ਾ ਰਿਲੇਟਡ ਜਾਂ OCI ਕਾਰਡ ਰਿਲੇਟਡ ਜਿਹੜੀਆਂ ਫਾਈਲਸ ਨੇ ਆਪਣੀਆਂ ਦਿਖਾਉਣੀਆਂ ਹੋਣ, ਚੈੱਕ ਕਰਾਉਣੀਆਂ ਹੋਣ, ਜਾਂ ਵੀਜ਼ਾ ਵਗੈਰਾ ਲੈਣਾ, ਪਾਸਪੋਰਟ ਰੀਨਿਊ ਕਰਵਾਉਣਾ ਹੈਗਾ, ਉੱਥੇ ਉਹਦੀਆਂ ਸਰਵਿਸਿਜ਼ ਨੇ ਜਿਹੜੀਆਂ ਉਹ ਪ੍ਰਦਾਨ ਕੀਤੀਆਂ ਜਾਂਦੀਆਂ ਨੇ। BLS ਸਰਵਿਸ ਸੈਂਟਰ ਹੈਗਾ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ। ਇੱਥੇ ਇਸ ਕੈਂਪ ਦੇ ਵਿੱਚ ਇਹ ਜਿਹੜੇ ਪੈਨਸ਼ਨਰਸ ਦੀ ਮਦਦ ਕਰ ਰਹੇ ਨੇ BLS ਦੇ ਜਿਹੜੇ ਅਧਿਕਾਰੀ ਨੇ, ਜਿਹੜੇ ਲਾਈਫ ਸਰਟੀਫਿਕੇਟ ਇੱਥੇ ਲੋਕ ਲੈਣ ਪਹੁੰਚੇ ਹੋਏ ਨੇ, ਉਹਨਾਂ ਦੇ ਫਾਰਮ ਵਗੈਰਾ ਚੈੱਕ ਕਰਕੇ ਅੱਗੇ ਕੌਂਸਲੇਟ ਆਫ ਜਨਰਲ ਇੰਡੀਆ ਦੇ ਜਿਹੜੇ ਅਧਿਕਾਰੀ ਬੈਠੇ ਨੇ ਉਹਨਾਂ ਕੋਲ ਇਸ ਤੋਂ ਬਾਅਦ ਚੈੱਕ ਕਰਾਉਣ ਤੋਂ ਬਾਅਦ ਅੱਗੇ ਉਹਨਾਂ ਨੂੰ ਜਾ ਕੇ ਜਿਹੜੇ ਆਪਣੇ ਸਰਟੀਫਿਕੇਟ ਨੇ ਜਿਹੜੇ ਲਏ ਜਾਂਦੇ ਨੇ। ਅਸੀਂ ਇਸ ਵਕਤ BLS ਦੇ ਕਾਊਂਟਰ ਤੇ ਖੜੇ ਹਾਂ ਜੀ। BLS ਉਹ ਸੰਸਥਾ ਹੈਗੀ ਆ ਗਵਰਨਮੈਂਟ ਆਫ ਇੰਡੀਆ ਦੀ ਇੱਕ ਸਰਵਿਸ ਪ੍ਰੋਵਾਈਡਰ ਆ ਜਿਹੜੀ ਵਿਦੇਸ਼ਾਂ ਦੇ ਵਿੱਚ ਨਾਗਰਿਕ ਸਪੈਸ਼ਲੀ ਜਿਵੇਂ ਕੈਨੇਡਾ ਦੇ ਵਿੱਚ ਜਿਹੜੇ ਨਾਗਰਿਕ ਆਏ ਹੋਏ ਨੇ, ਜੇ ਉਹਨਾਂ ਨੂੰ ਕੋਈ ਗਵਰਨਮੈਂਟ ਆਫ ਇੰਡੀਆ ਤੱਕ ਕੋਈ ਆਪਣੇ ਡਾਕੂਮੈਂਟੇਸ਼ਨ ਦੀ ਭੇਜਣੇ ਹੋਣ ਜਾਂ ਕੋਈ
ਪਾਸਪੋਰਟ ਭੇਜਣਾ ਹੋਵੇ, OCI ਕਾਰਡ ਵਗੈਰਾ ਅਪਲਾਈ ਕਰਨਾ ਹੋਵੇ, BLS ਸੰਸਥਾ ਦੇ ਰਾਹੀਂ ਆ ਜਿਹੜਾ ਉਹ ਅਪਲਾਈ ਕੀਤਾ ਜਾ ਸਕਦਾ। BLS ਦਾ ਜਿਹੜਾ ਆਫਿਸ ਸਾਡੇ ਵਿਨੀਪੈਗ ਸ਼ਹਿਰ ਦੇ ਵਿੱਚ ਕਿੰਗ ਐਡਵਰਡ ਦੇ ਉੱਤੇ ਪੰਜਾਬ ਕਲਚਰ ਸੈਂਟਰ ਦੇ ਵਿੱਚ ਸਥਿਤ ਹੈਗਾ। ਸਾਡੇ ਨਾਲ ਉਹਨਾਂ ਦੇ ਜਿਹੜੇ ਅਧਿਕਾਰੀ ਨੇ BLS ਤੋਂ, ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ। ਵੈਲਕਮ ਟੂ ਵੌਇਸ ਆਫ ਇੰਡੀਆ। ਥੈਂਕ ਯੂ ਜੀ। ਤੁਸੀਂ ਕਿਸ ਤਰ੍ਹਾਂ ਦੀਆਂ ਸਰਵਿਸਿਜ਼ ਨੇ ਜਿਹੜੀਆਂ ਉਹ ਦਿੰਦੇ ਹੋ ਜੀ? BLS ਸਾਰੀ ਤਰ੍ਹਾਂ ਦੀਆਂ ਇੰਡੀਅਨ ਸਰਵਿਸਿਜ਼ ਰਿਲੇਟਿਡ ਟੂ ਪਾਸਪੋਰਟ, ਜਿਸ ਦੇ ਵਿੱਚ ਪਾਸਪੋਰਟ ਰੀਨਿਊਅਲ ਆਉਂਦਾ ਹੈ, ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ ਜਿਹਨੂੰ ਅਸੀਂ OCI ਲਾਈਫ ਲੌਂਗ ਵੀਜ਼ਾ ਕਹਿੰਦੇ ਹਾਂ, ਟੂਰਿਸਟ ਵੀਜ਼ਾ, ਐਂਟਰੀ ਵੀਜ਼ਾ, ਪੁਲਿਸ ਕਲੀਅਰੈਂਸ ਸਰਟੀਫਿਕੇਟ, ਜਿਹੜੇ ਇੱਥੇ ਵਰਕ ਪਰਮਿਟ ਤੇ ਉਹਨਾਂ ਨੂੰ ਪਰਮਾਨੈਂਟ ਰੈਸੀਡੈਂਸੀ ਚਾਹੀਦੀ ਹੈ, ਸਾਰੀ ਸਰਵਿਸਿਜ਼ ਅਸੀਂ ਅੰਡਰ ਵਨ ਰੂਫ ਪ੍ਰੋਵਾਈਡ ਕਰਦੇ ਹਾਂ। ਅੱਜ ਕੱਲ੍ਹ ਇਹ ਹੈ ਜੀ ਵੀ ਜਿਨ੍ਹਾਂ ਨੂੰ ਕਈ ਵਾਰੀ ਮਤਲਬ ਸੁਣਨ ਦੇ ਵਿੱਚ ਮਿਲਦਾ, ਵੈਸੇ ਦੇਖਦੇ ਵੀ ਹੈਗੇ ਆ ਵੀ ਲੋਕਾਂ ਨੂੰ ਜਿਹੜੀਆਂ ਡੇਟਸ ਨਹੀਂ ਮਿਲ ਰਹੀਆਂ ਪਾਸਪੋਰਟ ਰੀਨਿਊ ਕਰਵਾਉਣ ਨੂੰ। ਹਾਂਜੀ, ਐਕਚੁਅਲੀ ਪੈਂਡੈਮਿਕ ਦੀ ਵਜ੍ਹਾ ਤੋਂ ਲੋਕੀ ਬਹੁਤ ਜ਼ਿਆਦਾ ਟਰੈਵਲ ਨਹੀਂ ਕਰ ਪਾਏ, ਤਾਂ 2 ਸਾਲ ਲੋਕਾਂ ਨੇ ਟਰੈਵਲ ਨਹੀਂ ਕੀਤਾ। ਸੋ ਦੇਰ ਆਰ ਲੋਟ ਆਫ ਪੀਪਲ ਜਿਨ੍ਹਾਂ ਨੂੰ ਹੁਣ ਟਰੈਵਲ ਹੈਗਾ, ਬਿਕੋਜ਼ ਮੈਰਿਜਸ ਵਗੈਰਾ ਰੁਕੀਆਂ ਹੋਈਆਂ ਸੀਗੀਆਂ ਜਸਟ ਬਿਕੋਜ਼ ਆਫ ਵੀਜ਼ਾਸ। ਕੋਈ ਜੇ OCI ਵਾਲੇ ਟਰੈਵਲ ਕਰ ਸਕਦੇ ਸੀਗੇ ਤਾਂ 에ਅਰਲਾਈਨ ਸਸਪੈਂਡਡ ਸੀਗੀਆਂ, ਤੇ ਸਾਡੇ ਕੋਲ ਮੈਕਸਿਮਮ ਰਸ਼ OCI ਦਾ ਜ਼ਿਆਦਾ ਆ ਰਿਹਾ ਐਂਡ ਵੀਜ਼ਾਸ ਕਰਕੇ ਜ਼ਿਆਦਾ ਆ ਰਿਹਾ। ਤੇ ਪਾਸਪੋਰਟ ਵੀ, ਕਿਉਂਕਿ ਜਿਨ੍ਹਾਂ ਦੇ ਪਾਸਪੋਰਟ ਵੈਲਿਡ ਨਹੀਂ ਹੈਗੇ ਉਹ ਵੀ ਟਰੈਵਲ ਨਹੀਂ ਕਰ ਸਕਦੇ। ਸੋ ਮੋਰ ਔਰ ਲੈਸ ਆਲ ਸਰਵਿਸਿਜ਼ ਆਰ ਇੰਟਰ ਰਿਲੇਟਡ। ਤਾਂ ਲੋਕੀ ਪ੍ਰਾਇਰ 3-3 ਹਫ਼ਤੇ ਪਹਿਲਾਂ, 3-3 ਮਹੀਨੇ ਪਹਿਲਾਂ ਐਡਵਾਂਸ ਬੁਕਿੰਗ ਕਰਦੇ ਆ। ਬਟ ਅਸੀਂ ਐਜ਼ ਐਨ ਐਡੀਸ਼ਨਲ, ਵੈਸੇ ਐਵਰੀਥਿੰਗ ਇਜ਼ ਬਾਈ ਅਪਾਇੰਟਮੈਂਟ, ਬਟ ਅਸੀਂ ਵੀਜ਼ਾਜ਼ ਲਈ ਐਜ਼ ਅ ਵਾਕ ਇਨ ਕਰਦਾ ਹੈ। ਤਾਂ ਪੀਪਲ ਕੈਨ ਕਮ ਐਜ਼ ਅ ਵਾਕ ਇਨ। ਅਪਾਇੰਟਮੈਂਟ ਤਾਂ ਅਸੀਂ ਦਿਨ ਦੀਆਂ ਜੋ 35 ਲੈਂਦੇ ਆ ਉਹ ਤਾਂ ਲੈਣਾ ਹੀ ਹੈ। ਐਡੀਸ਼ਨਲ ਜਿਹੜੇ ਵਾਕ ਇਨਸ ਆਉਂਦੇ ਆ ਫॉर ਵੀਜ਼ਾਸ, ਫॉर ਟੂਰਿਸਟ ਵੀਜ਼ਾਸ, ਅਸੀਂ ਉਹ ਵੀ ਓਪਨ ਕਰਦੀ ਹੈ। ਮਤਲਬ ਕਹਿਣ ਦਾ ਭਾਵ ਹੈ ਵੀ ਕਿਸੇ ਨੇ ਕੋਈ ਵੀਜ਼ਾ ਅਪਲਾਈ ਕਰਨਾ ਹੋਵੇ, ਉਹ ਤੁਹਾਡੇ ਉੱਥੇ BLS ਆਫਿਸ ਦੇ ਵਿੱਚ ਵਾਕਿੰਗ ਦੇ ਵਿੱਚ ਆ ਸਕਦਾ, ਤੁਸੀਂ ਉਹਦੀ ਡਾਕੂਮੈਂਟੇਸ਼ਨ ਜਿਹੜੀ ਤੁਸੀਂ ਕਰਦੇ ਨੇ? ਡਾਕੂਮੈਂਟੇਸ਼ਨ ਕਰ ਸਕਦੇ ਹਾਂ, ਬਟ ਦੈਨ ਲਾਈਕ ਆਈ ਸੈਡ ਕਿ ਰਸ਼ ਬਹੁਤ ਜ਼ਿਆਦਾ ਹੈ, ਫਿਰ ਵੀ ਲੋਕਾਂ ਦੀ ਵੇਟਿੰਗ ਬਹੁਤ ਜ਼ਿਆਦਾ ਹੈ। ਇਸ ਕਰਕੇ ਹੀ ਸਾਡਾ ਪੋਸਟਲ ਡਿਪਾਰਟਮੈਂਟ ਵੀ ਹੈਗਾ, ਐਡੀਸ਼ਨਲ ਇੱਕ ਡਿਪਾਰਟਮੈਂਟ ਹੈਗਾ ਜਿਨ੍ਹਾਂ ਨੂੰ ਸਰਵਿਸਿਜ਼ ਇੱਥੇ ਨਹੀਂ ਮਿਲਦੀਆਂ, ਅਪਾਇੰਟਮੈਂਟ ਨਹੀਂ ਮਿਲਦੀ ਹੈ, ਵਾਕ ਇਨ 'ਚ ਬਹੁਤੀ ਦੇਰ ਵੇਟ ਨਹੀਂ ਕਰ ਸਕਦੇ ਹੈ, ਉਹਨਾਂ ਲਈ ਪੋਸਟਲ ਡਿਪਾਰਟਮੈਂਟ ਵੀ ਹੈਗਾ। ਫਿਰ ਅਸੀਂ ਇੱਥੇ ਐਪਲੀਕੇਸ਼ਨਸ ਚੈੱਕ ਕਰ ਦਿੰਦੇ ਹਾਂ ਤਾਂ ਕਿ ਉਹਨਾਂ ਦੀ ਪੋਸਟਲ ਤੇ ਐਪਲੀਕੇਸ਼ਨ ਵਾਪਸ ਨਾ ਆਏ। ਇੱਕ ਗਵਰਨਮੈਂਟ ਆਫ ਇੰਡੀਆ ਦੇ ਥਰੂ ਜਿਵੇਂ BLS ਵੱਲੋਂ ਇੱਕ ਸਰਵਿਸ ਇਹ ਵੀ ਕੀਤੀ ਜਾਂਦੀ ਵੀ ਤੁਹਾਡਾ ਪਿਕਅਪ ਅਤੇ ਤੁਸੀਂ ਆਪਣੇ ਫਾਰਮ ਨੇ ਜਿਹੜੇ ਉਹ ਆਪਣੇ ਭਰ ਕੇ ਸਾਨੂੰ ਤੁਸੀਂ ਕਾਲ ਕਰ ਦਿਓ, ਜਾਂ ਤੁਹਾਡੇ ਕੋਰੀਅਰ ਸਰਵਿਸਿਜ਼ ਵੀ ਘਰੋਂ ਪਿਕ ਕਰ ਲੈਂਦੇ ਨੇ? ਬਿਲਕੁਲ, ਪਿਊਰੋਲੇਟਰ ਪਿਕਅਪ ਐਂਡ ਡ੍ਰੌਪ ਸਰਵਿਸ ਵੀ ਹੈਗੀ ਹੈ। ਤੁਹਾਨੂੰ ਸਾਰੇ ਡਾਕੂਮੈਂਟੇਸ਼ਨ ਕੰਪਲੀਟ ਕਰਕੇ ਤੁਸੀਂ ਪਿਊਰੋਲੇਟਰ ਪਿਕਅਪ ਐਂਡ ਡ੍ਰੌਪ ਸਰਵਿਸ ਅਵੇਲ ਕਰ ਸਕਦੇ ਹੋ। ਉਹ ਤੁਹਾਡੇ ਘਰ ਤੋਂ ਹੀ ਪਿਕ ਕਰ ਲੈਂਦੇ ਆ, ਘਰ ਤੋਂ ਹੀ ਡ੍ਰੌਪ ਕਰ ਦਿੰਦੇ ਆ, ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ। ਜੇਕਰ ਉਹਨਾਂ ਪੇਪਰਾਂ ਦੇ ਵਿੱਚ ਕੋਈ ਕਮੀ ਪੇਸ਼ੀ ਹੋਵੇ ਫਿਰ ਉਹਨੂੰ ਕਿੱਦਾਂ ਪੂਰਾ ਕਰਦਾ ਜੀ? ਹਾਂ, ਕਮੀ ਪੇਸ਼ੀ ਲਈ ਜਾਂ ਤਾਂ ਪੋਸਟਲ ਡਿਪਾਰਟਮੈਂਟ ਤੁਹਾਨੂੰ ਕੰਟੈਕਟ ਕਰਦਾ ਹੈ, ਨਹੀਂ ਤਾਂ ਕਈ ਵਾਰ ਲੋਕ ਕਹਿੰਦੇ ਆ ਕਿ ਉਹ ਵੀ ਟਾਈਮ ਬਚਾਉਣ ਲਈ ਸਾਡੇ BLS ਐਜ਼ ਅ ਵਾਕ ਇਨ ਆ ਜਾਂਦੇ ਆ, ਸੀ ਅਸੀਂ ਉਹ ਵੀ ਉਹਨਾਂ ਦੇ ਡਾਕੂਮੈਂਟੇਸ਼ਨ ਪੂਰੇ ਚੈੱਕ ਕਰਕੇ ਪੋਸਟਲ ਦੀ ਆਪਸ਼ਨ ਦੇ ਦਿੰਦੇ ਹਾਂ। ਇੱਕ ਹੋਰ ਹੈਗੀ ਹੈ ਜੀ ਲੋਕਾਂ ਨੂੰ ਸ਼ਿਕਾਇਤ, ਜਿਵੇਂ ਪਾਸਪੋਰਟ ਲਈ ਹੁਣ ਮਤਲਬ ਜਿਨ੍ਹਾਂ ਨੇ ਪਾਸਪੋਰਟ ਆਪਣੇ ਰੀਨਿਊ ਕਰਵਾਉਣੇ ਹੈਗੇ ਨੇ, ਉਹ ਰੀਨਿਊ ਕਰਵਾਉਣ ਦੇ ਕਹਿੰਦੇ 5-5, 6-6 ਘੰਟੇ ਦੀ ਤੁਹਾਡੇ ਆਫਿਸ ਦੇ ਵਿੱਚ ਹੀ ਵੇਟਿੰਗ ਚੱਲਦੀ ਹੈ, ਕੀ ਕਹੋਗੇ? ਹਾਂਜੀ, ਵੇਟਿੰਗ ਤਾਂ ਐਕਚੁਅਲੀ ਬਹੁਤ ਜ਼ਿਆਦਾ ਹੈਗੀ ਹੈ, ਬਿਕੋਜ਼ ਸਾਡੀ 6 ਆਵਰਸ ਦੀ ਵਿੰਡੋ ਹੈਗੀ ਹੈ। ਲਾਈਕ ਆਈ ਸੈਡ ਕਿ 35 ਅਪਾਇੰਟਮੈਂਟਸ ਤਾਂ ਅਸੀਂ ਦਿਨ ਦੀਆਂ ਲੈਣੀਆਂ ਹੀ ਲੈਣੀਆਂ। ਹੁਣ 30 ਅਪਾਇੰਟਮੈਂਟਸ ਦਾ ਇਹ ਮਤਲਬ ਨਹੀਂ ਹੈ ਕਿ 35 ਐਪਲੀਕੇਸ਼ਨਸ ਹੀ ਹੋਣਗੀਆਂ, 35 into 5 ਵੀ ਹੁੰਦੀ ਹੈ, ਕਈ ਵਾਰ ਫੈਮਿਲੀ ਦਾ ਹੁੰਦਾ ਹੈ। ਤਾਂ ਵੇਟਿੰਗ ਤਾਂ ਦੇਖੋ ਹੈ ਹੀ ਹੈ, ਪਰ ਅਸੀਂ ਤਾਂ ਲੋਕਾਂ ਨੂੰ ਆਪ ਰਿਕੁਐਸਟ ਕਰਦੇ ਹਾਂ ਕਿ ਸਾਡੇ ਤੋਂ ਡਾਕੂਮੈਂਟ ਚੈੱਕ ਕਰਵਾ ਕੇ ਤੁਸੀਂ ਪੋਸਟਲ ਭੇਜ ਦਿਓ, ਕਿਉਂਕਿ ਇੰਨਾ ਰეკਮੈਂਡ ਤਾਂ ਅਸੀਂ ਵੀ ਨਹੀਂ ਕਰਦੇ ਸਵੇਰੇ 6 ਵਜੇ ਆ ਕੇ ਠੰਡ 'ਚ ਲਾਈਨ 'ਚ ਲੱਗਣ ਦਾ। ਅਸੀਂ ਆਪਦੇ ਵੱਲੋਂ ਮੈਕਸਿਮਮ ਉਹਨਾਂ ਦੀ ਐਪਲੀਕੇਸ਼ਨ ਕਰੈਕਟ ਚੈੱਕ ਕਰਕੇ ਉਹਨਾਂ ਨੂੰ ਐਡਵਾਈਸ ਕਰਦੇ ਹਾਂ ਤੁਸੀਂ ਪੋਸਟਲ ਭੇਜ ਦਿਓ। ਕੋਈ ਤੁਹਾਡੇ ਨੌਲੇਜ ਹੋਊਗਾ ਵੀ ਗਵਰਨਮੈਂਟ ਆਫ ਇੰਡੀਆ ਕੀ ਸਟicker ਵੀਜ਼ਾ ਵੀ ਸ਼ੁਰੂ ਕਰ ਰਹੀ ਹੈ? ਨਹੀਂ, ਹਲੇ ਉਹ ਸਾਨੂੰ ਉਸ ਬਾਰੇ ਕੋਈ ਨੌਲੇਜ ਨਹੀਂ ਹੈ। ਹਲੇ ਵੀਜ਼ਾਸ ਤਾਂ ਫॉर द ਟਾਈਮ ਬਿੰਗ ਸਸਪੈਂਡਡ ਹੈ। ਹਾਂ, ਥੋੜਾ ਜਿਹਾ ਈਜ਼ ਕਰਨ ਲਈ 5 ਇਅਰਸ ਵਾਲੇ ਵੀਜ਼ਾਸ ਓਪਨ ਹੋ ਗਏ ਹੈ, ਤੇ ਜਿਨ੍ਹਾਂ ਦੇ ਆਲਰੇਡੀ 5-5 ਸਾਲਾਂ ਦੇ ਲੱਗੇ ਹੋਏ ਆ ਉਹ ਉਸ ਵੀਜ਼ਾ ਤੇ ਟਰੈਵਲ ਕਰ ਸਕਦੇ ਆ। 10 ਸਾਲ ਵਾਲੇ ਹਲੇ ਵੀ ਸਸਪੈਂਡਡ ਹੈ। ਜਿਹੜਾ ਵੀਜ਼ਾ ਹੈਗਾ ਜੀ ਉਹ ਕਿੰਨੀ ਦੇਰ ਦੇ ਵਿੱਚ ਆ ਜਾਂਦਾ? ਵੀਜ਼ਾਸ ਤਾਂ ਆਈ ਹੈਵ ਹਰਡ ਇਨ ਦ ਪਾਸਟ ਕਿ 2 ਦਿਨ ਦੇ ਵਿੱਚ ਵੀ ਆ ਜਾਂਦਾ ਹੈ। ਮਤਲਬ ਉਹ ਬਾਈ ਤੁਹਾਡੀ ਈਮੇਲ ਦੇ ਉੱਤੇ ਆ ਜਾਂਦਾ? ਹਾਂਜੀ, ਉਹ ਈਮੇਲ ਦੇ ਵਿੱਚ ਆ ਜਾਂਦਾ ਹੈ। ਉਹ ਫਿਰ ਪੇਪਰ ਵੀਜ਼ਾ ਨਹੀਂ ਹੁੰਦਾ, ਇਲੈਕਟ੍ਰੋਨਿਕ ਵੀਜ਼ਾ ਹੁੰਦਾ। ਤੁਸੀਂ ਆਨਲਾਈਨ ਅਪਲਾਈ ਕਰਦੇ ਹੋ, ਵਿਦਿਨ 48 ਆਵਰਸ ਤੁਹਾਡੇ ਕੋਲ ਵੀਜ਼ਾ ਹੁੰਦਾ ਹੈ। ਉਹ ਜਿਸ ਤਰ੍ਹਾਂ ਮਤਲਬ ਉਹ ਕੋਈ ਵੀ ਜਿਹੜਾ ਹੈਗਾ ਬੰਦਾ ਉਹ ਆਪਣੇ ਜਿਹੜਾ ਸਟicker ਨਾਲ ਲਿਜਾ ਕੇ ਜਦੋਂ ਉੱਥੇ ਲੈਂਡ ਕਰਨਾ ਹੈਗਾ ਤਾਂ ਉੱਥੇ ਦਿਖਾ ਸਕਦਾ ਹੈਗਾ, ਉਹ ਆਲਰੇਡੀ ਮਤਲਬ ਉਹਨਾਂ ਦੇ ਸਿਸਟਮ ਦੇ ਵਿੱਚ ਹੋਵੇਗਾ। ਬਿਲਕੁਲ, ਪਿਛਲੇ ਕਈ ਸਾਲਾਂ ਤੋਂ ਵੀਜ਼ਾਸ ਇੱਦਾਂ ਹੀ ਚੱਲ ਰਹੇ ਹੈ ਕਿ ਵੀਜ਼ਾਸ ਹੁੰਦੇ ਸੀਗੇ, ਤਾਂ ਹੀ ਉਹ ਵੀ ਸਟਾਰਟ ਨਹੀਂ ਹੋਏ। ਇਸ ਕਰਕੇ ਵੀ ਥੋੜਾ ਪੀਪਲ ਆਰ ਪੈਨਿਕ ਕਿ ਇਹ ਸਾਨੂੰ ਵੀਜ਼ਾ ਜਲਦੀ ਨਹੀਂ ਮਿਲਦਾ, ਕਈ ਵਾਰ ਅਰਜੈਂਟ ਟਰੈਵਲ ਕਰਨਾ ਹੁੰਦਾ ਹੈ। ਆਈ ਹੋਪ ਕਿ ਗਵਰਨਮੈਂਟ ਉਹ ਥੋੜਾ ਜਲਦੀ ਸਟਾਰਟ ਕਰ ਦੇ ਤਾਂ ਸਾਨੂੰ ਵੀ ਰਿਲੈਕਸੇਸ਼ਨ ਹੋਏ। ਇੱਕ ਜਿਹੜੇ ਜਿਨ੍ਹਾਂ ਨੇ ਹੁਣ ਕੋਈ ਪਾਸਪੋਰਟ ਰੀਨਿਊ ਕਰਵਾਉਣਾ ਜੀ, ਉਹਦੇ ਲਈ ਮਤਲਬ ਕੁਝ
ਡਾਕੂਮੈਂਟੇਸ਼ਨ ਜ਼ਿਆਦਾ ਮਤਲਬ ਮਿਨੀਮਮ ਡਾਕੂਮੈਂਟੇਸ਼ਨ ਕੀ ਹੁੰਦੀ ਹੈ? ਮਿਨੀਮਮ ਡਾਕੂਮੈਂਟੇਸ਼ਨ ਇੱਕ ਪਾਸਪੋਰਟ ਚਾਹੀਦਾ ਹੈ, ਇੱਕ ਸਟੇਟਸ ਹੈ, ਜੇ ਪੀਆਰ ਹੈ ਤਾਂ ਪੀਆਰ ਕਾਰਡ ਚਾਹੀਦਾ, ਵੈਲਿਡ ਹੋਣਾ ਚਾਹੀਦਾ, ਵਰਕ ਪਰਮਿਟ ਲਈ ਵਰਕ ਪਰਮਿਟ, ਸਟੂਡੈਂਟ ਪਰਮਿਟ ਲਈ, ਐਂਡ ਇੱਕ ਕਰੰਟ ਐਡਰੈਸ ਪ੍ਰੂਫ ਚਾਹੀਦਾ ਹੈ। ਪਰ ਜਿਨ੍ਹਾਂ ਕੋਲ ਪੀਆਰ ਹੈਗਾ ਉਹਨਾਂ ਦਾ ਇੱਕ ਐਡੀਸ਼ਨਲ ਡਾਕੂਮੈਂਟ ਹੈਗਾ ਲੈਂਡਿੰਗ ਪੇਪਰ, ਕਿਉਂਕਿ ਕੈਟਾਗਰੀ ਚੈੱਕ ਕਰਨ ਲਈ, ਇਮੀਗ੍ਰੇਸ਼ਨ ਕੈਟਾਗਰੀ ਚੈੱਕ ਕਰਨ ਲਈ ਇੱਕ ਐਡੀਸ਼ਨਲ ਲੈਂਡਿੰਗ ਪੇਪਰ। ਗਿਣਤੀ ਦੇ 4 ਡਾਕੂਮੈਂਟਸ, ਇਸ ਤੋਂ ਬਾਅਦ ਕੁਝ ਨਹੀਂ ਹੈ। ਹਾਂਜੀ, ਕੁਛ ਜਿਹੜੇ ਆਪਣੇ ਪੁਰਾਣੇ ਜਿਹੜੇ ਬੰਦੇ ਆਏ ਹੋਏ ਨੇ, ਜਿਹੜੇ ਸਿਟੀਜ਼ਨ ਹੋ ਚੁੱਕੇ ਨੇ, ਉਹਨਾਂ ਨੇ OCI ਕਾਰਡ ਅਪਲਾਈ ਕਰਨਾ ਹੈਗਾ, ਉਹਦੇ ਵਿੱਚ ਲੋਕਾਂ ਨੂੰ ਮਤਲਬ ਪ੍ਰੋਬਲਮ ਇਹ ਆ ਰਹੀ ਆ ਵੀ ਜਿਹੜੇ ਪਾਸਪੋਰਟ ਸਿਲੰਡਰ ਦੀ ਉਹਦੇ ਬਾਰੇ ਕੀ ਚਾਹੀਦਾ ਜੀ? ਪਾਸਪੋਰਟ ਸਰੈਂਡਰ ਲਈ ਕਈਆਂ ਦੇ ਪਾਸਪੋਰਟ ਲੋਸਟ ਹੋ ਜਾਂਦੇ ਆ, ਪਾਸਪੋਰਟ ਦੀ ਕਾਪੀ ਅਸੀਂ ਮੰਗ ਸਕਦੇ ਹਾਂ। ਜੇ ਕਾਪੀ ਵੀ ਨਹੀਂ ਹੈਗੀ ਹੈ ਫਿਰ ਕਈਆਂ ਦਾ ਲੈਂਡਿੰਗ ਪੇਪਰ ਨਾਲ ਵੀ ਅਸੀਂ ਕੀਤਾ ਹੈ, ਕਿਉਂਕਿ ਮੇਜਰਲੀ ਉਹਨਾਂ ਨੇ ਇਹੀ ਦੇਖਣਾ ਹੁੰਦਾ ਹੈ ਕਿ ਕਿਸ ਕੈਟਾਗਰੀ ਦੇ ਅੰਡਰ ਉਹ ਲੈਂਡ ਕੀਤੇ ਹੈ। ਪਿੱਛੇ ਕੌਂਸਲੇਟ ਨੇ ਲੈਂਡਿੰਗ ਪੇਪਰ ਦੇ ਨਾਲ ਵੀ ਵੀਜ਼ਾਸ ਇਸ਼ੂ ਕਰਨੇ ਸ਼ੁਰੂ ਕਰ ਦਿੱਤੇ ਸੀਗੇ, ਪਰ OCI ਲਈ ਸਰੈਂਡਰ ਸਰਟੀਫਿਕੇਟ ਮੈਂਡੇਟਰੀ ਹੈ। ਜੇ ਉਹ ਤੁਹਾਡੇ ਕੋਲ ਸਰੈਂਡਰ ਸਰਟੀਫਿਕੇਟ ਵੀ ਨਹੀਂ ਹੈ, ਤੁਹਾਡੇ ਕੋਲ ਪਾਸਪੋਰਟ ਵੀ ਗੁੰਮ ਗਿਆ, ਫਿਰ ਇੱਕ ਐਡੀਸ਼ਨਲ ਸਟੈਪ ਹੈ ਕਿ ਪਹਿਲਾਂ ਕੌਂਸਲੇਟ ਤੋਂ ਅਪਰੂਵਲ ਲੈਣੀ ਹੈ। ਕਈ ਵਾਰ ਕੌਂਸਲੇਟ ਅਪਰੂਵ ਕਰ ਦਿੰਦਾ ਕਿ ਤੁਸੀਂ BLS 'ਚ ਸਬਮਿਟ ਕਰ ਦਿਓ, ਬਟ ਉਹ ਸਟੈਪ ਫੋਲੋ ਕਰਨਾ ਪੈਂਦਾ ਹੈ। ਜੀ ਯਾ ਥੈਂਕ ਯੂ ਜੀ। ਇਸੀ ਹੈ ਜੀ BLS ਦੇ ਅਧਿਕਾਰੀ ਜਿਨ੍ਹਾਂ ਨੇ ਪੂਰੀ ਖੁੱਲ੍ਹ ਕੇ ਜਾਣਕਾਰੀ ਦਿੱਤੀ ਹੈ ਵੀ ਕਿਸ ਤਰ੍ਹਾਂ ਤੁਸੀਂ ਆਪਣਾ ਪਾਸਪੋਰਟ ਰਿਨਿਊਅਲ ਦੀ ਐਪਲੀਕੇਸ਼ਨ ਦੇ ਸਕਦੇ ਹੋ, ਕਿਹੜੇ ਡਾਕੂਮੈਂਟ ਦੀ ਉਹਨਾਂ ਦੇ ਨਾਲ ਜ਼ਰੂਰਤ ਹੈਗੀ ਆ। ਇਸ ਤੋਂ ਇਲਾਵਾ ਜਿਹਨੇ OCI ਕਾਰਡ ਜਿਹੜਾ ਅਪਲਾਈ ਕਰਨਾ ਹੈਗਾ ਉਹਦੇ ਲਈ ਕੀ ਰਿਕੁਆਇਰਮੈਂਟਸ ਹੈਗੀਆਂ ਨੇ। ਇਸ ਤੋਂ ਇਲਾਵਾ ਵੀਜ਼ਾਸ ਦੀ ਜਿਹੜੀ ਸਰਵਿਸਿਜ਼ ਨੇ ਤੁਸੀਂ ਆਪਣੇ ਪਾਸਪੋਰਟ ਦੇ ਫਾਰਮ ਨੇ, ਜਿਹੜੇ ਵੀਜ਼ੇ ਦੇ ਫਾਰਮ ਨੇ, ਇਹਨਾਂ ਨੂੰ ਦਿਖਾ ਸਕਦੇ ਹੋ ਉੱਥੇ ਜਾ ਕੇ, ਜਿਹਦਾ ਗਵਰਨਮੈਂਟ ਆਫ ਇੰਡੀਆ ਵੱਲੋਂ 48 ਆਵਰਸ ਦੇ ਵਿੱਚ ਜਿਹੜਾ ਵੀਜ਼ਾ ਜਿਹੜਾ ਉਹ ਤੁਹਾਨੂੰ ਈਮੇਲ ਦੇ ਉੱਤੇ ਆ ਸਕਦਾ, ਅਤੇ ਤੁਸੀਂ ਉਹ ਵੀਜ਼ਾ ਲੈ ਕੇ, ਪਾਸਪੋਰਟ ਲੈ ਕੇ, ਟਿਕਟ ਲੈ ਕੇ ਇੰਡੀਆ ਜਿਹੜਾ ਉਹ ਤੁਸੀਂ ਟਰੈਵਲ ਕਰ ਸਕਦੇ ਹੋ ਜੀ। ਕੌਂਸਲੇਟ ਜਨਰਲ ਆਫ ਇੰਡੀਆ ਵੱਲੋਂ ਪੈਨਸ਼ਨਰਸ ਦੀ ਸਹੂਲਤਾਂ ਵਾਸਤੇ ਵਿਨੀਪੈਗ ਦੇ ਸੇਂਟ ਏਨਜ਼ ਮੰਦਿਰ ਦੇ ਵਿੱਚ 999 ਸੇਂਟ ਏਨਜ਼ ਮੰਦਿਰ ਦੇ ਵਿੱਚ, ਹਿੰਦੂ ਟੈਂਪਲ ਦੇ ਵਿੱਚ ਅੱਜ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦੀ ਕਹਿ ਸਕਦੇ ਹੋ ਤੁਸੀਂ ਬੜੀ ਵੱਡੀ ਪ੍ਰਾਪਤੀ ਇਹ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਪੈਨਸ਼ਨਰਸ ਜਿਹੜੇ ਗੌਰਮੈਂਟ ਆਫ ਇੰਡੀਆ ਦੀ ਜੌਬ ਕਰਦੇ ਜਾਂ ਵੱਖਰੇ ਪ੍ਰੋਵਿੰਸ ਵਿੱਚ ਕੰਮ ਕਰਦੇ ਆ, ਵੱਖਰੇ ਡਿਪਾਰਟਮੈਂਟ ਵਿੱਚ ਕੰਮ ਕਰਦੇ ਆ, ਉਹ ਪੈਨਸ਼ਨਰਸ ਆਪਣੇ ਲਾਈਫ ਸਰਟੀਫਿਕੇਟ ਬਣਵਾਉਣ ਵਾਸਤੇ ਇਸ ਹਾਲ ਦੇ ਵਿੱਚ ਇਕੱਠੇ ਹੋਏ ਆ। ਡਾਕਟਰ ਚੰਦਰ ਗੁਪਤਾ ਹਾਲ ਜਿਹੜਾ ਹੈ ਉਹਦੇ ਵਿੱਚ ਇਕੱਠੇ ਹੋਏ ਸਾਰੇ। ਸਾਡੇ ਨਾਲ ਇਸ ਮੌਕੇ ਦੇ ਉੱਤੇ ਇਸ ਈਵੈਂਟ ਦੇ ਆਰਗੇਨਾਈਜ਼ਰ ਜਿਹੜੇ ਪਿਛਲੇ 2 ਸਾਲ ਤੋਂ ਆਰਗੇਨਾਈਜ਼ ਕਰਦੇ ਨੇ ਔਰ ਮਿਹਨਤ ਕਰਦੇ ਨੇ, ਲੋਕਾਂ ਨੂੰ ਸਹੂਲਤ ਦਿੰਦੇ ਨੇ, ਉਹਨੇ ਸਾਡੇ ਨਾਲ ਮਿਸਟਰ ਬਦਰੇਸ਼ जी, वो साढ़े नाल हाजिर हैं। बदरेश जी वेलकम। थैंक यू वेरी मच। वॉइस ऑफ इंडिया की तरफ से हम इस इवेंट की कवरेज कर रहे हैं और आपको ये बधाई भी देते हैं, थैंक्स भी करते हैं कि आपने इतना अच्छा इंतज़ाम किया है। और सबसे बड़ी बात है कि लोगों को, जो पेंशनर्स को लाइफ सर्टिफिकेट की बहुत बड़ी मुश्किल आती थी, कॉन्सुलेट जनरल ऑफ इंडिया ने यहाँ खुद आकर ये सहूलियत दी है और आपने प्रबंध किया है। पिछले 2 साल से आप ऑर्गेनाइज कर रहे हैं, कैसा है आपका एक्सपीरियंस? एक्सपीरियंस बहुत अच्छा है। उन्होंने अप्रोच किया था हमको और हिंदू सोसाइटी के बोर्ड ने एकदम ये प्रो कर दिया विदाउट एनी हेजिटेशन कि हम ये कैंप करेंगे, जो भी फैसिलिटी चाहिए हम फ्री ऑफ चार्ज प्रोवाइड करेंगे। वॉलंटियर्स हैं हमारे, वो हम सेवा करना चाहते हैं, तो बोर्ड ने डिसाइड किया कि जो भी उनको चाहिए सारी फैसिलिटी हम प्रोवाइड करेंगे। सारा इंफ्रास्ट्रक्चर हाँ, आप प्रोवाइड कर हम प्रोवाइड कर रहे हैं फ्री ऑफ चार्ज। कोई हिंदू सोसाइटी कोई चार्ज नहीं कर रही है। बोर्ड के वॉलंटियर्स, सारे बोर्ड के वॉलंटियर्स यहाँ पे लगे हुए हैं हिंदू सोसाइटी के। तो हम लास्ट ईयर जो हमने किया था उसका फीडबैक बहुत अच्छा रहा, लोगों से भी अच्छा रहा और कौंसिलेट के ऑफिस से भी अच्छा रहा कि आप हिंदू सोसाइटी के बोर्ड ने बहुत अच्छा काम कर रहे हैं। तो दे वर हैप्पी विद देयर एक्सपीरियंस। तो इस साल भी बोर्ड ने विदाउट एनी हेजिटेशन कहता है कि नहीं हम ये कैंप करेंगे, ये एक सेवा का मौका है हमारे लिए। पिछले साल कितने लोगों को सर्टिफिकेट इशू किए गए थे? पिछले साल यहाँ पे आई थिंक 275 to 280 हो गए थे। इस साल भी काफ़ी उम्मीद है? 200 तो हो गए अभी। अच्छा। तो अभी तो हो रहा है, लेकिन अभी 200 के ऊपर तो अभी और हो गए हैं अभी। लोगों को और मतलब बहुत बड़ी मुश्किल आती होगी, तभी ये ऐसे ऑर्गेनाइज किया गया फंक्शन, इवेंट ऑर्गेनाइज किया गया जहाँ सर्टिफिकेट, लाइव सर्टिफिकेट मिलेंगे लोगों को। पहले लोगों को भेजना पड़ता था टोरंटो में। दूसरी दिक्कत ये होती थी कि काफ़ी जो हमारे बुजुर्ग हैं उनको इंग्लिश का पता नहीं होता था कि क्या चाहिए क्या नहीं चाहिए।
वो कुरियर कैसे बुलाना है पता नहीं चलता था। कुरियर भेजते हैं, वहाँ पहुँचता है, कहता है कि आपका ये फॉर्म ये मिसिंग है, ये इन्फॉर्मेशन मिसिंग है। फिर कुरियर का पैसा दे के वापस भेजो इधर, फिर वापस किसी को बोल के बुला के वापस भेजो। टाइम की वेस्टेज होती है पैसे की वेस्टेज। और दूसरी सबसे बात बढ़िया कि बुजुर्ग परेशान भी हो जाते हैं। इधर से आराम से आओ, पार्किंग भी है, आराम से बैठो, चाय वाय पियो, नाश्ता करो और आपके टर्न की वेट करो। और सारा वॉलंटियर्स है, किसी को हेल्प चाहिए तो सारी हेल्प ही है। एक व्यक्ति को कितना टाइम अप्रॉक्सीमेटली लग जाता है सर्टिफिकेट लेने में? अगर सारे फॉर्म तैयार हो तो 20 या 25 मिनट में सारा हो जाता है। कौन कौन से फार्म इम्पोर्टेंट है जो ये लोग मांगते हैं कौंसल जनरल ऑफ इंडिया के ऑफिस वाले? वो लाइफ सर्टिफिकेट जो फॉर्म है वो डुप्लीकेट में चाहिए, और आपको अगर इंडियन पासपोर्ट है तो फर्स्ट पेज और लास्ट पेज की कॉपी चाहिए, या तो फर्स्ट पेज की कॉपी चाहिए। ओके, सम टाइम वो उनके पास वो कॉपी नहीं होती, तो ये सहूलियत भी यहाँ प्रोवाइड की गई? बिल्कुल फ्री ऑफ चार्ज हिंदू सोसाइटी ने यहाँ पे कॉपियर लगाया है। 90% लोग बिना कॉपी लेके आते हैं, तो हम लोग खुशी खुशी उनके लिए यहाँ पे फोटो कॉपी करके देते हैं। फॉर्म भी हम प्रिंट करके लाए हैं सारे, हिंदू सोसाइटी की ओर से सारे फॉर्म दिए गए फ्री ऑफ चार्ज में। तो हिंदू सोसाइटी फॉर्म भी देती है और फोटो कॉपी भी करके देती है। थैंक यू वेरी मच, आपने इतना अच्छा इंतजाम किया है और वॉइस ऑफ इंडिया इस इवेंट की कवरेज कर रहा है ताकि लोगों को आपकी जो सेवा है उसके बारे में भी पता चले, और जिन लोगों को ये सहूलियत किसी तरीके से नहीं मिल पाई वो आगे से आपके साथ कांटेक्ट रखेंगे। तो आप अपना ज़रा बताएं कि आपको कांटेक्ट करना हो तो कैसे किया जाए? कॉन्टेक्ट दे कैन कॉन्टेक्ट थ्रू हिंदू सोसाइटी ऑफ मैनीटोबा, और उसके वेबसाइट पे नंबर है उनके, और दे कैन लीव अ मैसेज एंड समबडी विल गेट बैक टू देम, और दे कैन कॉन्टेक्ट मी at 2042296089. But this event is organized by the Hindu Society of Manitoba. Thank you very much, Bhadraji. Thank you. So nice of you. ਹੁਣ ਸਾਡੇ ਨਾਲ ਹਿੰਦੂ ਸੋਸਾਇਟੀ ਆਫ ਮੈਨੀਟੋਬਾ ਦੇ ਪ੍ਰੈਜ਼ੀਡੈਂਟ ਸਾਡੇ ਨਾਲ ਆਏ ਨੇ, ਜਿਨ੍ਹਾਂ ਦੇ ਵੱਲੋਂ ਇਹ ਈਵੈਂਟ ਆਰਗੇਨਾਈਜ਼ ਕੀਤਾ ਗਿਆ। ਜਿਵੇਂ ਬਦਰੇਸ਼ ਜੀ ਨੇ ਦੱਸਿਆ, ਫ੍ਰੀ ਆਫ ਕਾਸਟ ਹੈ ਔਰ ਪਿਛਲੇ 2 ਸਾਲ ਤੋਂ ਉਹ ਸੇਵਾ ਕਰ ਰਹੇ ਨੇ। ਆਓ ਪ੍ਰੈਜ਼ੀਡੈਂਟ ਸਾਹਿਬ ਨਾਲ ਗੱਲ ਕਰਦੇ ਹਾਂ। Welcome, Mr. President. Thank you. Let me know your name. Actually, people want to know about yourself. Oh, my name is Karit Thakrar, and I've been living in Winnipeg for last 40 years. Okay, 40 years. 40 Very good. Years, right. And you are mostly involving in such events? Yeah, like I'm the president, so like we're to organize all the events here at the Hindu Society. We have 2 temples, one on downtown, 854 Alice, and with the 99 St. Anselm here. Right? Okay. When you take charge of this Hindu Society of Manitoba? Well, I've been president for last 2 years, but I've been volunteering for last 15 years. Okay. Since the temple opened, right? Yeah. ਪਿਛਲੇ 15 ਸਾਲ ਤੋਂ ਬਤੌਰ ਵਲੰਟੀਅਰ ਹਿੰਦੂ ਸੋਸਾਇਟੀ ਆਫ ਮੈਨੀਟੋਬਾ ਦੇ ਨਾਲ ਕੰਮ ਕਰਦੇ ਨੇ, ਔਰ ਪਿਛਲੇ 2 ਸਾਲ ਤੋਂ ਇਹ ਬਤੌਰ ਪ੍ਰੈਜ਼ੀਡੈਂਟ सेवा निभा रहे हैं। What about this event? This is being organized by the Consul General of India, and they are providing life certificate to the pensioners. Doesn't matter they have a long experience. They retired from the Government of India services or some provincial of services. What about what you are thinking about this event? Well, this event, like what we started last year, like Bhadrash by like approached us through India Councillor, right? And they said they want to do it here, so we are so excited that and everybody loved the facilities here and the service, and like and the volunteers we have, like lots of volunteers are ready to come and help out, right? Yeah, Brajesh told me that all volunteers, all board members are here. Yeah, both members and plus also other volunteers, like so. Board member and other volunteers. Other volunteers. Okay, and you are advertising. You are advertising this event. Yeah, we do have a mass email to all our members, right? And then also we have Diwali Mela function, so we advertise there too. Like very good, yeah. Very good. So we got a really good response to that. Like, what is your message to the public? Message: please use our facilities. This is a temple for everybody, and come here, like Thank you. Yeah. Thank you. And you are getting blessings of the pensioners. Thank you. एक चीज़ मैं और ऐड करना चाहता हूँ। इस साल है ना, हमने लाइफ वो पेंशन सर्टिफिकेट के सिवा अगर किसी को क्वेरी है, OCI कार्ड है, वीज़ा की क्वेरी है, तो हमने रिक्वेस्ट किया था कॉन्सुलेट को
कि हमें 2 लोग ऐसे कौंसलर ऐसे भेजे जाए जो वो भी क्वेरी को बता सकते हैं कि आपके फॉर्म्स भरे हैं, OCI के है, वीज़ा के कोई प्रॉब्लम हो तो यहाँ के। तो उन्होंने BLS वालों को बुलाया है यहाँ पे, वो यहाँ आए हुए हैं, वो यहाँ पे आए हुए हैं। अगर किसी को भी क्वेरी है, काफ़ी लोग आ रहे हैं जिसको OCI फॉर्म में प्रॉब्लम है, पुराने पासपोर्ट में प्रॉब्लम है, तो दे आंसर देयर क्वेश्चन। बिल्कुल आपने ये अच्छा किया जी, लोगों को ये प्रॉब्लम्स आ रही हैं। प्रॉब्लम ऐसी आ रही है कि किसी को वो पासपोर्ट सरेंडर करने के लिए कह रहे हैं, किसी का OCI फार्म अप्लाई करना होता है, वो टाइम लग जाता है, किसी का वीज़ा टेम्परेरी वहाँ इंडिया जाने के लिए लेना होता है, तो टाइम बहुत लगता है। तो ये लोगों की आम शिकायत है। और BLS वालों से 2-2 महीने तक अपॉइंटमेंट नहीं मिलती है, तो क्वेरी के लिए भी नहीं मिलती है। कोई को पूछना हो तो हमने 2 जो लेडीज आई है वो बैठा दी है, सो दे विल आंसर ऑल द क्वेश्चंस। वेरी गुड, ये आप बहुत आपने अच्छा किया है। हम उनसे भी बात करेंगे, लोगों की जो शिकायतें हैं, लोगों की जो क्वेरीज हैं, वो भी हमारे पास आती रहती हैं, हम उनसे भी बात करेंगे। थैंक यू वेरी मच, थैंक यू वेरी मच। हिंदू सोसाइटी ऑफ मैनीटोबा ਦੇ ਵੱਲੋਂ ਜਿਹੜਾ ਅੱਜ ਇਹ ਈਵੈਂਟ ਆਰਗੇਨਾਈਜ਼ ਕੀਤਾ ਗਿਆ, ਜਿਹਦੇ ਵਿੱਚ ਕੌਂਸਲਰ ਜਨਰਲ ਆਫ ਇੰਡੀਆ ਵੱਲੋਂ ਪੈਨਸ਼ਨਰਸ ਨੂੰ ਲਾਈਫ ਸਰਟੀਫਿਕੇਟ ਦਿੱਤੇ ਜਾ ਰਹੇ ਆ। ਇਹਨਾਂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਮੈਂ ਜਿਹੜੀ ਮੈਨੇਜਮੈਂਟ ਹੈ ਜਿਹੜੀ ਹਿੰਦੂ ਟੈਂਪਲਸ ਦੀ, ਉਹਦੇ ਵਿੱਚ ਬਹੁਤ ਅਹਿਮ ਭੂਮਿਕਾ ਅਦਾ ਕਰਨ ਵਾਲੇ ਸਤੀਸ਼ ਜੀ ਮੇਰੇ ਨਾਲ ਖੜੇ ਨੇ। ਔਰ ਸਤੀਸ਼ ਜੀ ਨੂੰ ਪੁੱਛਦੇ ਹਾਂ ਜਿਹੜੇ ਅੱਜ ਵਲੰਟੀਅਰਸ਼ਿਪ ਕਰ ਰਹੇ ਆ ਔਰ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਸਮਾਜ ਦੀ। ਸਤੀਸ਼ ਜੀ ਵੈਲਕਮ। ਥੈਂਕ ਯੂ। ਤੁਸੀਂ ਇਹ ਜਿਹੜਾ ਈਵੈਂਟ ਆਰਗੇਨਾਈਜ਼ ਕੀਤਾ ਹੈਗਾ, ਪਿਛਲੇ ਵੀ ਸਾਲ ਵੀ ਕੀਤਾ ਸੀਗਾ, ਤੁਸੀਂ ਇਸ ਸੁਸਾਇਟੀ ਨਾਲ ਜਿਹੜੀ ਹਿੰਦੂ ਸੁਸਾਇਟੀ ਆਫ ਮੈਨੀਟੋਬਾ ਇਹਦੇ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ? ਹਾਂਜੀ, ਮੈਨੂੰ 10 ਸਾਲ ਮੈਂ ਮੰਦਰ ਦੀ ਮੈਨੇਜਮੈਂਟ ਕਮੇਟੀ ਵਿੱਚ ਮੈਂਬਰ ਰਿਹਾ ਵਾਂ ਤੇ ਲਾਸਟ ਟਰਮ ਦੇ ਵਿੱਚ ਮੈਂ ਚੇਅਰਮੈਨ ਸੀਗਾ। ਤੇ ਹੁਣ ਕਰੋਨਾ ਕਰਕੇ 2 ਸਾਲ ਇਹ ਇਵੈਂਟ ਨਹੀਂ ਹੋ ਸਕੀ ਕਿਉਂਕਿ ਸਾਰਾ ਕੁਝ ਬੰਦ ਸੀਗਾ। ਤੇ ਹੁਣ ਇਸ ਸਾਲ ਤੋਂ ਸਭ ਕੁਝ ਖੁੱਲਿਆ, ਹੁਣ ਫੇਰ ਅਸੀਂ ਦੁਬਾਰਾ ਇਹ ਪ੍ਰੋਗਰਾਮ ਸ਼ੁਰੂ ਕੀਤਾ। ਤੁਸੀਂ ਬਹੁਤ ਵਧੀਆ ਉਦਮ ਕੀਤਾ, ਸੇਵਾ ਕਰ ਰਹੇ ਹੋ ਬਜ਼ੁਰਗਾਂ ਦੀ, ਉਹਨਾਂ ਦੀ ਜਿਹੜੇ ਪੈਨਸ਼ਨਰਸ ਹੈਗੇ, ਠੀਕ ਹੈ ਜੀ। ਇੰਡੀਆ ਤੋਂ ਵੱਖਰੇ ਵੱਖਰੇ ਡਿਪਾਰਟਮੈਂਟ 'ਚ ਉਹਨਾਂ ਨੇ ਜੌਬਾਂ ਕੀਤੀਆਂ, ਆਪਣੀ ਪੂਰੀ ਜ਼ਿੰਦਗੀ ਲਾਈ, ਤੁਸੀਂ ਉਹਨਾਂ ਦੀ ਸੇਵਾ ਕਰ ਰਹੇ ਹੋ। ਕਿਵੇਂ ਲੱਗ ਰਿਹਾ ਤੁਹਾਨੂੰ? ਬਹੁਤ ਅੱਛਾ ਲੱਗ ਰਿਹਾ ਜੀ। ਅੱਜ ਸਵੇਰੇ ਹੀ ਜਦੋਂ ਮੈਂ ਆਇਆ ਵਾਂ 10 ਵਜੇ ਪੂਰੀ ਪਾਰਕਿੰਗ ਲੋਟ ਫੁੱਲ ਸੀਗੀ, ਇੱਥੇ ਸਾਰੇ ਲੋਕ ਬਹੁਤ ਆਏ ਹੋਏ ਸੀਗੇ ਤੇ ਬੜਾ ਲੋਕਾਂ ਨੇ ਸਾਰਾ ਇੰਜੋਏ ਕਰ ਰਹੇ ਆ। ਉਹ ਲੋਕਾਂ ਵਾਸਤੇ ਅਸੀਂ ਚਾਹ ਪਾਣੀ ਦਾ ਮੰਦਰ ਬੰਨਿਓ ਇੰਤਜ਼ਾਮ ਕੀਤਾ, ਸਭ ਲਈ ਸਨੈਕਸ ਵਗੈਰਾ, ਤੇ ਜਿਨ੍ਹਾਂ ਨੂੰ ਵੀ ਕਿਸੇ ਕਿਸਮ ਦੀ ਹੈਲਪ ਦੀ ਲੋੜ ਆ ਅਸੀਂ ਉਹਨਾਂ ਦੀ ਹੈਲਪ ਕਰ ਰਹੇ ਹਾਂ। ਠੀਕ ਹੈ। ਇਹ ਜਿਹੜੇ ਦੱਸਦੇ ਜੀ ਕੌਂਸਲ ਜਨਰਲ ਆਫ ਇੰਡੀਆ ਦੇ ਅਧਿਕਾਰੀ ਆਏ ਆ, ਉਹ ਦੱਸਦੇ ਕਿ ਅਸੀਂ ਪੈਨਸ਼ਨਰਸ ਦੇ ਜਿਹੜੇ ਹੈਗੇ ਲਾਈਫ ਸਰਟੀਫਿਕੇਟ ਵੀ ਦਿੰਦੇ ਆ। ਇੱਕ ਉਹਨਾਂ ਨੇ BLS ਜਿਹੜੇ ਹੈਗੇ ਆ, ਜਿਹੜੇ ਸਰਵਿਸ ਪ੍ਰੋਵਾਈਡਰ ਹੈ ਉਹਨਾਂ ਦੇ ਐਕਸਟਰਨਲ ਮਿਨਿਸਟਰੀ ਦੇ, ਉਹਨਾਂ ਵੱਲੋਂ ਵੀ ਸਹੂਲਤਾਂ ਦਿੱਤੀਆਂ ਜਾ ਰਹੀਆਂ, ਉਹ ਵੀ ਇੱਥੇ ਆਏ ਹੈਗੇ। ਉਹ ਵੀ ਇੱਥੇ ਆਏ ਹੋਏ ਆ ਔਰ ਮੈਂ ਉਹਨਾਂ ਨਾਲ ਵੀ ਹੁਣੇ ਗੱਲਬਾਤ ਕਰਕੇ ਚੁੱਕਾ ਵਾਂ ਤੇ ਉਹ ਇਨ ਫਿਊਚਰ ਦੇ ਵਿੱਚ ਉਹਨਾਂ ਨੂੰ ਮੈਂ ਕਿਹਾ ਵਾ ਕਿ ਜਿਹੜੀ ਜਗ੍ਹਾ ਤੁਹਾਡੀ BSFL ਦੀ ਉਹ ਬਹੁਤ ਛੋਟੀ ਜਗ੍ਹਾ ਵਾ ਤੇ ਕੋਈ ਵੱਡਾ ਆਫਿਸ ਲੈਣਾ ਚਾਹੀਦਾ। ਸੀ ਕੌਂਸਲੇਟ ਆਫ ਇੰਡੀਆ ਨਾਲ ਵੀ ਗੱਲਬਾਤ ਕਰ ਰਹੇ ਹਾਂ ਮੈਨੇਜਮੈਂਟ ਦੀ ਤਰਫੋਂ। ਮੈਂ ਸਾਡੇ ਜਿਹੜੇ ਪ੍ਰੈਜ਼ੀਡੈਂਟ ਕਿਰਤ ਠੱਕਰ ਜੀ ਉਹਨਾਂ ਨਾਲ ਵੀ ਗੱਲ ਕੀਤੀ ਆ ਤੇ ਉਹ ਅਸੀਂ ਗੱਲਬਾਤ ਉਹਨਾਂ ਨਾਲ ਕਰਕੇ ਤੇ ਹੋਪਫੁਲੀ ਉਹ ਇਹਦੇ ਤੇ ਮਤਲਬ ਕਿ ਗੌਰ ਕਰਨਗੇ ਜ਼ਰੂਰ। ਔਰ ਉਹ BSFL ਦੇ ਸਟਾਫ ਨਾਲ ਵੀ ਗੱਲ ਕੀਤੀ, ਉਹ ਵੀ ਲੜਕੀ ਕਹਿੰਦੀ ਕਿ 3 EMPLOYE ਹੁਣ ਅਸੀਂ ਇੱਕ ਹੋਰ ਹਾਇਰ ਕਰ ਰਹੇ ਹਾਂ, ਜਦ ਕਿ ਮੈਨੂੰ ਪਹਿਲਾਂ ਵੀ ਪਤਾ ਲੱਗਾ ਸੀਗਾ ਵੀ 2 EMPLOYE ਹੋਰ ਹਾਇਰ ਕਰ ਰਹੇ। ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਜਿਹੜੇ ਪੈਨਸ਼ਨਰਸ ਆਏ, ਬਜ਼ੁਰਗ ਆਏ ਆ, ਕਈਆਂ ਦੀ ਉਮਰ ਜਿਹੜੀ ਹੈ 90 ਸਾਲ ਤੋਂ ਉੱਪਰ ਹੋ ਚੁੱਕੀ ਹੈ, ਉਹਨਾਂ ਬਾਰੇ ਤੁਸੀਂ ਕੀ ਉਹਨਾਂ ਨੂੰ ਸੁਨੇਹਾ ਦਿੰਦੇ ਹੋ? ਅਸੀਂ ਤਾਂ ਇਹੀ ਕਹਿੰਦੇ ਹਾਂ ਜੀ ਆਪਣੇ ਬੱਚਿਆਂ ਦੇ ਨਾਲ ਆਓ ਤੇ ਇੱਥੇ ਆ ਕੇ ਇਸ ਸੇਵਾ ਦਾ ਮੌਕਾ ਲਾਭ ਉਠਾਓ ਤੁਸੀਂ। ਬਹੁਤ ਚੰਗੀ ਗੱਲ ਹੈ ਜੀ। ਹਿੰਦੂ ਸੁਸਾਇਟੀ ਆਫ ਮੈਨੀਟੋਬਾ ਨੇ ਇਸ ਮੰਦਰ ਦੇ ਵਿੱਚ 999 ਸੇਂਟ ਐਨਸ ਦੇ ਮੰਦਰ ਦੇ ਵਿੱਚ ਇਹ ਪ੍ਰਬੰਧ ਕੀਤਾ ਔਰ ਬੜੇ ਉਤਸ਼ਾਹ ਦੇ ਨਾਲ ਲੋਕ ਜਿਹੜੇ ਆਏ ਹੈਗੇ ਆ। ਬਹੁਤ ਸਾਰੇ EMPLOYE ਜਿਹੜੇ ਐਕਸ-EMPLOYE ਰਿਟਾਇਰ ਹੋ ਕੇ ਇੱਥੇ ਕੈਨੇਡਾ ਵਿੱਚ ਆਪਣੇ ਬੱਚਿਆਂ ਦੇ ਕੋਲ, ਆਪਣੇ ਗ੍ਰੈਂਡ ਕਿਡਸ ਦੇ ਕੋਲ ਰਹਿੰਦੇ ਹੈਗੇ ਆ। ਉਹਨਾਂ ਨੂੰ ਪੈਨਸ਼ਨਰ ਜਿਹੜੀ ਉਹ ਪੈਨਸ਼ਨ ਦਿੱਤੀ ਜਾ ਰਹੀ ਹੈ ਵੱਖਰੇ ਵੱਖਰੇ ਡਿਪਾਰਟਮੈਂਟ ਵੱਲੋਂ। ਪਰ ਹਰ ਸਾਲ ਇੱਕ ਰਿਕੁਆਇਰਮੈਂਟ ਹੈ ਭਾਰਤ ਸਰਕਾਰ ਦੀ ਜਾਂ ਦੂਜੀਆਂ ਸਰਕਾਰਾਂ ਦੀ ਕਿ ਪੈਨਸ਼ਨਰ ਆਪਣੀ ਜ਼ਿੰਦਾ ਹੋਣ ਦਾ ਸਬੂਤ ਦੇਣ, ਲਾਈਫ ਸਰਟੀਫਿਕੇਟ ਪ੍ਰੋਵਾਈਡ ਕਰਨ। ਉਹ ਲਾਈਫ ਸਰਟੀਫਿਕੇਟ ਪ੍ਰੋਵਾਈਡ ਕਰਨ ਵਾਸਤੇ ਪਹਿਲਾਂ ਬੜੀਆਂ ਦਿੱਕਤਾਂ ਆਉਂਦੀਆਂ ਸੀਗੀਆਂ ਜਦੋਂ ਅਸੀਂ ਪੈਨਸ਼ਨਰਾਂ ਨਾਲ ਗੱਲ ਕੀਤੀ। ਹੁਣ ਇਹ ਕੌਂਸਲ ਜਨਰਲ ਆਫ ਇੰਡੀਆ ਨੇ ਇਹ ਸਹੂਲਤ ਪ੍ਰੋਵਾਈਡ ਕਰ ਦਿੱਤੀ ਹੈ ਕਿ ਉਹ ਸਾਡੇ ਘਰ ਆ ਕੇ ਸਾਨੂੰ ਇਹ ਸਰਟੀਫਿਕੇਟ ਜਿਹੜਾ ਜਾਰੀ ਕਰਦੇ ਹੈਗੇ। ਅਸੀਂ ਕੌਂਸਲ ਜਨਰਲ ਆਫ ਇੰਡੀਆ ਦਾ
ਵੀ ਧੰਨਵਾਦ ਕਰਦੇ ਹਾਂ, ਉਹਨਾਂ ਦੀ ਸ਼ਲਾਘਾ ਕਰਦੇ ਹਾਂ, ਉਹਨਾਂ ਦੇ ਮੁਲਾਜ਼ਮਾਂ ਦੀ, ਉਹਨਾਂ ਦੇ ਅਧਿਕਾਰੀਆਂ ਦੀ ਵੀ ਸ਼ਲਾਘਾ ਕਰਦੇ ਹਾਂ ਕਿ ਉਹਨਾਂ ਨੇ ਇੰਨੀ ਵੱਡੀ ਸਹੂਲਤ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ। ਅਤੇ ਨਾਲ ਦੀ ਨਾਲ ਸ਼ਲਾਘਾ ਅਸੀਂ ਕਰਦੇ ਹਾਂ ਹਿੰਦੂ ਸੁਸਾਇਟੀ ਆਫ ਮੈਨੀਟੋਬਾ ਦੀ, ਉਹਨਾਂ ਦੇ ਪ੍ਰਬੰਧਕਾਂ ਦੀ, ਉਹਨਾਂ ਦੇ ਕਮੇਟੀ ਮੈਂਬਰਾਂ ਦੀ, ਉਹਨਾਂ ਦੇ ਵਲੰਟੀਅਰਸ ਦੀ, ਜਿਹੜੇ ਉਹ ਲੋਕਾਂ ਦੀ ਸੇਵਾ ਵਿੱਚ ਹਾਜ਼ਰ। ਸਤੀਸ਼ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਥੈਂਕ ਯੂ ਜੀ, ਯੂ ਆਰ ਮੋਸਟ ਵੈਲਕਮ ਆਲ ਦਾ ਟਾਈਮ। ਥੈਂਕ ਯੂ ਵੈਰੀ ਮਚ। ਸਾਡੇ ਨਾਲ ਇਸ ਵਕਤ ਅਮਿਤ ਜਿੰਦਲ ਜੀ ਖੜੇ ਨੇ, ਜਿਹੜੇ ਕਿ ਵਲੰਟੀਅਰ ਨੇ ਜੀ। ਇੱਥੇ ਜੋ ਵੀ ਪੈਨਸ਼ਨਰ ਆਉਂਦੇ ਨੇ ਉਹਨਾਂ ਨੂੰ ਇੱਥੇ ਕੋਈ ਫੋਟੋਕਾਪੀ ਦੀ ਜ਼ਰੂਰਤ ਹੈਗੀ ਆ, ਜਾਂ ਕਿਸੇ ਹੋਰ ਆਪਣੇ ਪਾਸਪੋਰਟ ਵਗੈਰਾ, ਜਾਂ ਜਿਹੜੇ ਉਹਨਾਂ ਦੇ ਡਾਕੂਮੈਂਟੇਸ਼ਨ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਨ੍ਹਾਂ ਦੀ ਜ਼ਰੂਰਤ ਹੈਗੀ ਆ, ਉਹ ਨਾਲ ਲੈ ਕੇ ਆਉਂਦੇ ਨੇ। ਜੇ ਕੋਈ ਬੰਦਾ ਫੋਟੋ ਸਟੇਟ ਨਹੀਂ ਕਰਾ ਕੇ ਲੈ ਕੇ ਆਇਆ ਤਾਂ ਉਹ ਇੱਥੇ ਅਮਿਤ ਜਿੰਦਲ ਜੀ ਕਰਵਾਉਂਦੇ ਨੇ। ਵੈਲਕਮ ਟੂ ਵਾਇਸ ਆਫ ਇੰਡੀਆ ਜੀ। ਥੈਂਕ ਯੂ ਜੀ। ਕਿੱਦਾਂ ਲੱਗ ਰਿਹਾ ਜੀ ਤੁਹਾਨੂੰ ਵਲੰਟੀਅਰਿੰਗ ਕਰ? ਮੈਂ ਹਰ ਸਾਲ ਆਉਂਦਾ ਇੱਥੇ ਵਲੰਟੀਅਰ ਕਰਨ ਲਈ ਜੀ, ਅਤੇ ਮੈਨੂੰ ਚੰਗਾ ਲੱਗਦਾ ਹੈਗਾ। ਮੇਰੀ ਮਦਰ ਇਨ ਲਾ ਬਹੁਤ ਜ਼ਿਆਦਾ ਤਕਲੀਫ ਹੁੰਦੀ ਸੀ ਉਹਨਾਂ ਨੂੰ ਪਹਿਲਾਂ, ਜਦੋਂ ਇੱਥੇ ਵਿਨੀਪੈਗ 'ਚ ਲਾਈਫ ਸਰਟੀਫਿਕੇਟ ਦਾ ਕੈਂਪ ਨਹੀਂ ਲੱਗਦਾ ਸੀਗਾ। ਦੇ ਹੈਡ ਟੂ ਗੋ ਟੂ ਇੰਡੀਆ ਟੂ ਡੂ ਦੈਟ। ਅਤੇ ਇੱਥੇ ਹੁਣ ਅਸੀਂ ਬੈਠੇ ਬਿਠਾਏ 2 ਮਿੰਟ 'ਚ ਇੱਥੇ BLS ਵਾਲੇ ਵੀ ਬੈਠੇ ਨੇ ਅਤੇ ਕਾਉਂਸਲੇਟ ਵਾਲੇ ਵੀ ਬੈਠੇ ਨੇ, ਅਤੇ ਉਹ ਵਿਦਿਨ 5 ਮਿੰਟਸ ਹੋ ਜਾਂਦਾ ਹੈਗਾ ਕੰਮ। ਅਤੇ ਅੱਜ ਅਸੀਂ ਅਰਾਊਂਡ 200 ਫੈਮਲੀਜ਼ ਦਾ ਲਾਈਫ ਸਰਟੀਫਿਕੇਟ ਇੱਥੇ ਜਿਹੜਾ ਉਹ ਮਤਲਬ ਇਸ਼ੂ ਕਰ ਜਿਹੜੇ ਇਸ਼ੂ ਕਰ ਚੁੱਕੇ ਹਾਂ ਜੀ। ਕੱਲ੍ਹ ਵੀ ਇੱਕ ਕੈਂਪ ਹੈਗਾ ਆਈ ਥਿੰਕ ਉੱਥੇ ਹੋਰ ਬਿਲਕਸ ਗੁਰਦੁਆਰਾ ਸਾਹਿਬ 'ਚ, ਅਤੇ ਉੱਥੇ ਵੀ ਹੈਲਪ ਕਰਨਗੇ ਜੀ ਸਾਡੇ। ਮੈਂ ਵੀ ਉੱਥੇ ਸ਼ਾਇਦ ਹੋਊਂਗਾ ਜੀ। ਅਤੇ ਬੜਾ ਚੰਗਾ ਲੱਗ ਰਿਹਾ ਜਦੋਂ ਬੜੇ ਸੀਨੀਅਰ ਬੰਦਿਆਂ ਨੂੰ ਆਪਾਂ ਮਿਲਦੇ ਹਾਂ ਇੱਥੇ ਆ ਕੇ, ਉਹਨਾਂ ਦੀ ਕੁਐਸਚਨ ਸੁਣਦੇ ਨੇ। ਮਤਲਬ ਪੰਜਾਬੀ 'ਚ ਕਹਿਣ ਦਾ ਭਾਵੇਂ ਦੁਆਵਾਂ ਖੱਟ ਰਹੇ ਹੋ? ਬਿਲਕੁਲ ਜੀ, ਬਿਲਕੁਲ। ਮੈਂ ਦੁਆ ਲੈਣ ਹੀ ਆਇਆ ਸੀਗਾ, ਮੇਰਾ ਕੋਈ ਪਰਸਨਲ ਕੁਛ ਨਹੀਂ ਹੈਗਾ। ਮੇਰੀ ਈਵਨ ਮਦਰ ਇਨ ਲਾ ਇਜ਼ ਨਾਟ ਹੀਅਰ ਜੀ, ਅਤੇ ਮੈਂ ਬਸ ਐਵੇਂ ਹੀ, ਮੈਨੂੰ ਚੰਗਾ ਲੱਗਦਾ ਸਾਰਿਆਂ ਨੂੰ ਮਿਲ ਕੇ ਜੀ। ਬਹੁਤ ਵਧੀਆ ਸੋਚ ਆ ਜੀ ਇਹਨਾਂ ਦੀ, ਕਿਉਂਕਿ ਸਮਾਜ ਸੇਵਾ ਜੋ ਉੱਤਮ ਸੇਵਾ, ਸਮਾਜ ਸੇਵਾ ਜਿਹੜੀ ਉੱਤਮ ਸੇਵਾ ਹੈਗੀ ਆ, ਕਰਦੇ ਰਹਿਣਾ ਚਾਹੀਦਾ। ਬਹੁਤ ਆਨੰਦ ਆਉਂਦਾ ਹੈ। ਥੈਂਕ ਯੂ ਜੀ, ਥੈਂਕ ਯੂ। ਜਿਸ ਤਰ੍ਹਾਂ ਕਈ ਵਾਰੀ ਹੁੰਦਾ ਜੀ ਵੀ ਕਈ ਜਿਹੜੇ ਓਲਡ ਏਜ ਨੇ ਜਾਂ ਉਹਨਾਂ ਦਾ ਮਤਲਬ ਹੱਥ ਸ਼ਿਵਰਿੰਗ ਕਰਨ ਲੱਗ ਜਾਂਦੇ ਨੇ, ਉਹਨਾਂ ਨੂੰ ਫਾਰਮ ਭਰਨ ਵਗੈਰਾ ਦੀ ਵੀ ਸੋਚ ਤੁਸੀਂ? ਨਹੀਂ, ਮੈਂ ਇੱਥੇ ਸੀਗਾ 5-6 ਵਲੰਟੀਅਰ ਹੋਰ ਸੀਗੇ ਸਵੇਰੇ ਜਦੋਂ 10 ਵਜੇ ਸ਼ੁਰੂ ਹੋਇਆ ਸੀਗਾ ਕੈਂਪ ਜੀ, ਅਤੇ ਉਦੋਂ ਅਸੀਂ ਵਲੰਟੀਅਰ ਬੈਠੇ ਸੀ ਡਿਫਰੈਂਟ ਟੇਬਲ 'ਤੇ ਜੀ। ਮਤਲਬ ਫਾਰਮ ਵੀ ਨਾਲ ਦੀ ਸਹੂਲਤ ਹੈਗੀ ਇੱਥੇ ਸੀਗੇ। ਫਾਰਮ ਅਸੀਂ ਭਰ ਰਹੇ ਸੀਗੇ, ਪਾਸਪੋਰਟ ਦੀ ਫੋਟੋਕਾਪੀ ਜਿਨ੍ਹਾਂ ਕੋਲ ਨਹੀਂ ਹੁੰਦੀ ਹੈ, ਫਾਰਮ ਦੀ ਕਾਪੀਆਂ ਕਈ ਵਾਰੀ ਨਹੀਂ ਹੁੰਦੀਆਂ, ਅਸੀਂ ਉਹਨਾਂ ਨੂੰ ਹੈਲਪ ਕਰ ਰਹੇ ਸੀਗੇ, ਅਸੀਂ ਉਹਨਾਂ ਨੂੰ ਭਰ ਰਹੇ ਸੀਗੇ। ਇੱਕ ਬਲਾਈਂਡ ਆਏ ਸੀਗੇ, ਉਹਨਾਂ ਨੂੰ ਫਿਰ ਅਸੀਂ ਲੈ ਕੇ ਉੱਥੇ ਗਏ। ਉਹਨਾਂ ਦੇ ਨਾਲ ਸੀਗੇ ਉਹਨਾਂ ਦੇ ਗਾਰਡੀਅਨ ਸੀਗੇ ਕੋਈ, ਬਟ ਦੇ ਨੀਡ ਐਕਸਟਰਾ ਸਪੋਰਟ, ਸੋ ਵੀ ਹੈਲਪ ਦੈਮ ਗੋਇੰਗ ਅਰਾਊਂਡ ਦ ਏਰੀਆ। ਵੀ ਹੈਡ tea stall and pakoda stall, so people were happy to take some with them. ਬਿਲਕੁਲ ਜੀ, ਬਹੁਤ ਵਧੀਆ ਇਹ ਉਦਮ ਹੈਗਾ। ਵਲੰਟੀਅਰਿੰਗ ਕੈਨੇਡਾ ਦੇ ਵਿੱਚ ਆਮ ਹੀ ਦੇਖਿਆ ਜਾਂਦਾ। ਕੈਨੇਡੀਅਨ ਕਲਚਰ ਦੇ ਵਿੱਚ ਜਿਹੜੀ ਵਲੰਟੀਅਰ ਸੇਵਾ ਭਾਵਨਾ ਕਰਨੀ, ਮੁਫਤ ਸੇਵਾ ਕਰਨੀ ਆ, ਉਹ ਬਹੁਤ ਵੱਡਾ ਇੱਕ ਤੇ ਉਦਮ ਮੰਨਿਆ ਜਾਂਦਾ। ਚਾਹੇ ਉਹ ਕੋਈ ਵੀ ਡਿਪਾਰਟਮੈਂਟ ਹੋਵੇ, ਸਕੂਲ ਹੋਣ ਜਾਂ ਹੋਰ ਕੋਈ ਸੰਸਥਾਵਾਂ ਹੈਗੀਆਂ ਨੇ, ਜਾਂ ਗੁਰਦੁਆਰਾ ਸਾਹਿਬ ਹੋਣ, ਮੰਦਿਰ ਦੇ ਵਿੱਚ ਹੋਇਆ, ਕਿਤੇ ਵੀ ਧਾਰਮਿਕ ਸਥਾਨਾਂ ਤੋਂ ਇਲਾਵਾ ਹੋਰ ਜਗ੍ਹਾ ਦੇ ਉੱਤੇ ਕਮਿਊਨਿਟੀ ਦੇ ਵਿੱਚ ਜਿਹੜੀਆਂ ਵਲੰਟੀਅਰ ਦੀ ਸਰਵਿਸਿਜ਼ ਨੇ ਲੋਕਾਂ ਵੱਲੋਂ ਦਿੱਤੇ ਜਾਂਦੇ ਨੇ, ਇੱਥੇ ਕਲਚਰ ਹੈਗਾ ਜਿਹੜਾ ਉਹ ਇਹਨੂੰ ਬਹੁਤ ਵਧੀਆ ਮੰਨਦਾ। ਥੈਂਕ ਯੂ ਸਰ। ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਅਸੀਂ ਇਸ ਵਕਤ ਜਿਨ੍ਹਾਂ ਵੀਰ ਜੀ ਨੇ ਇੱਥੇ ਲੰਗਰ ਦੀ ਸੇਵਾ ਨਿਭਾ ਰਹੇ ਸੀ ਉਹਨਾਂ ਦੇ ਨਾਲ ਖੜੇ ਹਾਂ, ਕਿਉਂਕਿ ਜਦੋਂ ਠੰਡ ਦਾ ਮੌਸਮ ਆ ਜਿਹੜਾ ਹੋ ਚੁੱਕਿਆ, ਜਿਹੜੇ ਬੰਦੇ ਇੱਥੇ ਕੌਂਸਲਰ ਜਨਰਲ ਦੇ ਕੋਲ ਆਪਣੇ ਲਾਈਫ ਸਰਟੀਫਿਕੇਟ ਵਗੈਰਾ ਲੈਣ ਆਏ ਨੇ, ਅਸੀਂ ਵੀਰ ਜੀ ਨਾਲ ਗੱਲ ਕਰਦੇ ਹਾਂ। ਕੀ ਕਹਿਣਾ ਚਾਹੋਗੇ ਸਰ? ਸਾਥ ਸਾਰੇ ਦਾ ਜੀ ਆਇਆਂ ਨੂੰ ਕਰਨੇ ਆ ਜੀ। ਅਸਾਂ ਕੋਸ਼ਿਸ਼ ਕਰਨੇ ਆ ਜਦੋਂ ਵੀ ਕੋਈ ਇੱਥੇ ਆਏ, ਸਾਡਾ ਚਾਹ ਪਾਣੀ ਦਾ ਨਾਲ ਇੰਤਜ਼ਾਮ ਪੱਕਾ ਜ਼ਰੂਰ ਕਰਨੇ ਜੀ ਆਪਾਂ ਜੀ। ਲਾਸਟ ਵਾਰੀ ਕਰੋਨਾ ਸੀ ਤਾਂ ਆਪਾਂ ਸਿਰਫ ਖਾਲੀ ਪ੍ਰਸ਼ਾਦ ਹੀ ਰੱਖਿਆ ਸੀ, ਇਸ ਵਾਰੀ ਆਪਾਂ ਪਕੌੜੇ ਤੇ ਨਾਲ ਮਿੱਠੇ ਚਾਵਲਾਂ ਦਾ ਇੰਤਜ਼ਾਮ ਨਾਲ ਕੀਤਾ ਹੈਗਾ ਜੀ। ਜੀ ਜੀ, ਜਦੋਂ ਵੀ ਕੋਈ ਵੀ ਆਂਦਾ ਆਪਾਂ ਹਮੇਸ਼ਾ ਕੋਸ਼ਿਸ਼ ਕਰਨੇ ਆਪਾਂ ਕੁਛ ਨਾ ਕੁਛ ਉਹਨਾਂ ਵਾਸਤੇ ਜ਼ਰੂਰ ਰੱਖੀਏ ਜੀ। ਬਿਲਕੁਲ ਜੀ, ਕਿਉਂਕਿ ਲੋਕ ਘਰਾਂ ਦੇ ਵਿੱਚੋਂ ਅਰਲੀ ਮਾਰਨਿੰਗ 10 ਵਜੇ ਤੋਂ ਲੈ ਕੇ ਜਿਵੇਂ 2:30 ਵਜੇ ਤੱਕ ਦਾ ਟਾਈਮ ਹੈਗਾ, ਤੇ ਸਵੇਰੇ ਆਂਦਾ ਤੇ ਠੰਡ ਦਾ ਮੌਸਮ ਵਿਨੀਪੈਗ ਦੇ ਵਿੱਚ ਹੋ ਚੁੱਕਿਆ, ਤੇ ਚਾਹ ਦੀ ਇੱਛਾ ਤਾਂ ਹਰ ਇੱਕ ਨੂੰ ਹੁੰਦੀ ਆ। ਉਹ ਤੁਸੀਂ ਬਹੁਤ ਵਧੀਆ ਸੇਵਾ ਜਿਹੜੀ ਇਹ ਅਸਾਂ ਹਰ ਵਾਰੀ ਕੋਸ਼ਿਸ਼ ਹੁੰਦੀ ਜੀ, ਚਾਹ ਤੇ ਕੁਛ ਨਾ ਕੁਛ ਖਾਣ ਨੂੰ ਆਪਾਂ ਹਰ ਵਾਰੀ ਜ਼ਰੂਰੀ ਰੱਖਿਆ ਜੀ ਸਾਰਿਆਂ ਲਈ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਜਿਹੜੇ ਵੀ ਆਏ ਇੱਥੇ ਜੀ। ਜੀ, ਤੇ ਨੈਕਸਟ ਟਾਈਮ ਵੀ ਆਣਗੇ, ਕੁਛ ਨਾ ਕੁਛ ਜ਼ਰੂਰ ਇੰਤਜ਼ਾਮ ਹੋਏਗਾ ਨੈਕਸਟ ਟਾਈਮ ਵੀ ਜੀ। ਜੀ ਜੀ, ਤੁਸੀਂ ਕਹਿਣਾ ਚਾਹੋਗੇ ਜੀ? What do you want to say? I want to say, thank you for coming, all of you. We try our best to give them something snack because they're coming from long far, and then we always try to change the menu too. We will maybe something will come different thing new year to next year too, sir. ਬਿਲਕੁਲ ਜੀ, ਇਹਨਾਂ ਵੱਲੋਂ ਇਸ ਵਕਤ ਇੱਥੇ ਗੋਭੀ ਦੇ ਪਕੌੜੇ ਤੇ ਆਪਣੇ ਬ੍ਰੈਡ ਪਕੌੜਾ ਤੇ ਜਿਹੜੇ ਮਿੱਠੇ ਚਾਵਲ ਤੇ ਉਸ ਤੋਂ ਇਲਾਵਾ ਚਾਹ ਤੇ ਪਾਣੀ, ਇਹਦੀ ਜਿਹੜੀ ਸੇਵਾ ਹੈ ਤੇ ਇਹਨਾਂ ਵੱਲੋਂ ਨਿਭਾਈ ਗਈ ਆ। ਥੈਂਕ ਯੂ ਜੀ। ਥੈਂਕ ਯੂ ਵੈਰੀ ਮਚ।
ਜਿਵੇਂ ਕਿ ਅਸੀਂ ਸਾਰੀ ਤੁਹਾਨੂੰ ਕਵਰੇਜ ਦਿਖਾਈ ਹੈ, ਅੱਜ ਕੌਂਸਲਰ ਜਨਰਲ ਆਫ ਇੰਡੀਆ ਵੱਲੋਂ ਸੇਂਟ ਏਨਸ ਦੇ ਉੱਤੇ ਜਿਹੜਾ ਹਿੰਦੂ ਸੁਸਾਇਟੀ ਆਫ ਮੈਨੀਟੋਬਾ ਦਾ ਮੰਦਿਰ ਹੈ, ਉਸ ਮੰਦਿਰ ਦੇ ਦਇਆ ਗੁਪਤਾ ਕਲਚਰਲ ਹਾਲ ਦੇ ਵਿੱਚ ਇੱਕ ਕੈਂਪ ਲਾਇਆ ਗਿਆ ਸੀ, ਜਿੱਥੇ ਪੈਨਸ਼ਨਰਸ ਨੂੰ ਉਹਨਾਂ ਦਾ ਲਾਈਫ ਸਰਟੀਫਿਕੇਟ ਜਿਹੜੇ ਦਿੱਤੇ ਜਾਣੇ ਸੀ। ਅਸੀਂ ਵੱਖਰੇ ਵੱਖਰੇ ਅਧਿਕਾਰੀਆਂ ਨਾਲ ਵੀ ਗੱਲਾਂ ਕੀਤੀਆਂ, ਬਹੁਤ ਸਾਰੇ ਲੋਕਾਂ ਪੈਨਸ਼ਨਰਸ ਨਾਲ ਵੀ ਗੱਲਾਂ ਕੀਤੀਆਂ, ਔਰ ਇੱਥੋਂ ਦੇ ਇਸ ਈਵੈਂਟ ਦੇ ਪ੍ਰਬੰਧਕਾਂ ਨਾਲ ਵੀ ਗੱਲ ਕੀਤੀ ਹੈ, ਜਿਹੜੇ ਹਿੰਦੂ ਸੁਸਾਇਟੀ ਆਫ ਮੈਨੀਟੋਬਾ ਦੇ ਪ੍ਰੈਜ਼ੀਡੈਂਟ ਸਾਹਿਬ, ਉਹਨਾਂ ਦੇ ਚੇਅਰਮੈਨ ਸਾਹਿਬ, ਇਸ ਈਵੈਂਟ ਦੇ ਆਰਗੇਨਾਈਜ਼ਰ ਸਾਹਿਬ, ਸਭ ਨਾਲ ਗੱਲਾਂ ਕੀਤੀਆਂ। ਬੜੇ ਉਤਸ਼ਾਹ ਨਾਲ ਉਹਨਾਂ ਨੇ ਇਸ ਈਵੈਂਟ ਨੂੰ ਆਰਗੇਨਾਈਜ਼ ਕੀਤਾ ਸੀ ਔਰ ਕਾਮਯਾਬ ਈਵੈਂਟ ਸੀ। ਅਸੀਂ ਉਹਨਾਂ ਨੂੰ ਇਸ ਕਾਮਯਾਬੀ ਦੇ ਉੱਤੇ ਵਧਾਈ ਵੀ ਦਿੰਦੇ ਔਰ ਨਾਲ ਦੀ ਨਾਲ ਕੌਂਸਲਰ ਜਨਰਲ ਆਫ ਇੰਡੀਆ ਨੂੰ ਧੰਨਵਾਦ ਵੀ ਭੇਜਦੇ ਹਾਂ, ਥੈਂਕਸ ਕਹਿੰਦੇ ਹਾਂ ਕਿ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖ ਕੇ ਉਹਨਾਂ ਦੇ ਘਰ ਆ ਕੇ ਲਾਈਫ ਸਰਟੀਫਿਕੇਟ ਜਾਰੀ ਕਰਨ ਦਾ ਜਿਹੜਾ ਉਦਮ ਕੀਤਾ ਹੈ, ਉਹ ਸ਼ਲਾਘਾਯੋਗ ਬਣਦਾ। ਇਸੇ ਤਰ੍ਹਾਂ ਹੀ ਨੈਕਸਟ ਡੇ ਕੱਲ੍ਹ ਤੁਸੀਂ ਦੇਖੋ ਕਿ ਸਿੱਖ ਸੈਂਟਰ, ਸਾਊਥ ਸਿੱਖ ਸੈਂਟਰ ਜਿਹੜਾ ਉੱਥੇ ਵੀ ਇਸ ਤਰੀਕੇ ਦਾ ਕੈਂਪ ਜਿਹੜਾ ਲਾਇਆ ਜਾਣਾ। ਜਿਹੜੇ ਲੋਕ ਅੱਜ ਜਿਹੜੇ ਪੈਨਸ਼ਨਰਸ ਇੱਥੇ ਲਾਈਫ ਸਰਟੀਫਿਕੇਟ ਲੈਣ ਵਾਸਤੇ ਨਹੀਂ ਆ ਸਕੇ ਜਾਂ ਇਸ ਏਰੀਆ ਨਾਲ ਸੰਬੰਧਿਤ ਨਹੀਂ ਹੈਗੇ, ਦੂਸਰੇ ਏਰੀਏ ਵਿੱਚ ਰਹਿੰਦੇ, ਸਾਊਥ ਵਿੱਚ ਰਹਿੰਦੇ ਹੈਗੇ, ਉਹ ਉੱਥੇ ਜਾ ਕੇ ਆਪਣੀ ਲਾਈਫ ਸਰਟੀਫਿਕੇਟ ਲੈ ਸਕਦੇ, ਇਸ ਸਹੂਲਤ ਦਾ ਲਾਭ ਲੈ ਸਕਦੇ। ਇਹ ਪ੍ਰੋਗਰਾਮ ਜਿਹੜਾ ਹੈ ਇਹ ਵਾਇਸ ਆਫ ਇੰਡੀਆ ਦੇ ਟੀਵੀ ਦੇ ਉੱਤੇ ਬਾਰ-ਬਾਰ ਦਿਖਾਇਆ ਜਾਏਗਾ, ਰਿਪੀਟ ਹੋਏਗਾ। ਇਹਨੂੰ ਤੁਸੀਂ ਨਾਲ ਦੀ ਨਾਲ ਫੇਸਬੁੱਕ 'ਤੇ ਔਰ YouTube 'ਤੇ ਵੀ ਵੇਖੋਗੇ। ਤੁਸੀਂ ਆਪਣੇ ਕਮੈਂਟ ਵੀ ਦੇ ਸਕਦੇ ਹੋ, ਤੁਹਾਡੇ ਵਿਚਾਰਾਂ ਦਾ ਅਸੀਂ ਹਾਰਦਿਕ ਸਵਾਗਤ ਕਰਾਂਗੇ ਔਰ ਤੁਸੀਂ ਟਿੱਪਣੀਆਂ ਦੇ ਕੇ ਸਾਨੂੰ ਇਸ ਪ੍ਰੋਗਰਾਮ ਨੂੰ ਹੋਰ ਖੂਬਸੂਰਤ ਬਣਾਉਣ ਵਾਸਤੇ, ਸਾਡੀ ਕਵਰੇਜ ਨੂੰ ਹੋਰ ਵਧੀਆ ਬਣਾਉਣ ਵਾਸਤੇ ਜਿਹੜੀ ਤੁਸੀਂ ਸਾਨੂੰ ਸਲਾਹ ਦੇਵੋਗੇ, ਅਸੀਂ ਉਹਨੂੰ ਖੜੇ ਮੱਥੇ ਪ੍ਰਵਾਨ ਕਰਾਂਗੇ। ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੋਵੇ, ਲਾਈਕ ਅਤੇ ਸ਼ੇਅਰ ਵੀ ਕਰਨਾ। ਥੈਂਕ ਯੂ ਵੈਰੀ ਮੱਚ।